ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। दया करो किछ मेहर पावो, डुबदे पत्थर तारे। एक मूल लगे उनी सुख पाया, डाली लागे तिनी जन्म गवाया। एक मूल लगे उनी सुख पाया, डाली लागे तिनी जन्म गवाया। परम सन्मानयोग जुगो जुग अटल दसां ही पातशाहियां दी आत्मिक जोत, रूहानीयत दे सोमे शब्दा अवतार शब्द गुरु, चावर छतर तखत दे मालक, धन धन श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी, आप सारे ही वडभागी हो जो कि धन श्री गुरु ग्रंथ साहिब महाराज जी दी पावन पवित्र हजूरी अंदर जुड़ बैठ के गुरबाणी दा लाहा लै रहे हो। ਅੱਜ ਜੋ ਆਪ ਜੀ ਦੇ ਨਾਲ ਵਿਚਾਰ ਸਾਂਝ ਕਰਨੀ ਹੈ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਾਣੀ ਦੀਆਂ ਪਾਵਨ ਤੁਕਾਂ, ਜੋ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਾਰੂ ਰਾਗ ਦੇ ਅੰਦਰ ਉਚਾਰਨ ਕੀਤੀਆਂ ਨੇ, ਜੋ ਹੈਗੀਆਂ ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੈ ਤਿਨੀ ਜਨਮ ਗਵਾਇਆ। इस टॉपिक दे उपर, इस विषय दे उपर आपां ने विचार सांझ पाउणी है। सो आओ विचारां दी सांझ तो पहलां लवाइए गुरु चरनां दे विच हाज़री। दसम पातशाह गुरु गोबिंद सिंह महाराज वल्लों बख्शिश कीती हुई फतेह बुलाओ। वाहिगुरु जी का खालसा, वाहिगुरु जी की फतेह। गुरु अमरदास महाराज जी दे पावन मुखार बिन तो उचारण कीतियां हुईयां ये बाणी दियां तुकां, जो अज दा साडा विशा भी है। एक मूल लगे 19 सुख पाया, डाली लागै तिनी जन्म गवाया। कि जेड़ा एक मूल नाल एक धुरे नाल जुड़िया पिया है, कहंदे ओ ते जीवन दे विच सुखी हैगा, पर जिहड़ा एक तो टुट जाता है, एक परमात्मा तो वख हो जाता है, वख वख शाखावां दे विच वंडिया जाता है। महाराज कहंदे डाली लागै तिनी दुख पाया। कहण तो पाओ कि जिहड़ा डालियां विच जिहड़ा वख वख शाखावां दे विच वंडिया गया, ਉਹ गुरु तो विछड़ के एक मूल धुरे तो विछड़ के फिर दुखी हुंदा है। संसार दे विच आपां वेखदे हां कि अज मनुख जिहड़ा है एक परमात्मा दा पल्ला नहीं फड़दा। अज मनुख एक परमात्मा दे दर ते नकमस्तक नहीं हो रहा। वो सोचदा है कि मैं हर एक थां ते नकमस्तक होवां, हर थां ते जा के मैं मत्था टेका नहीं। जदों आप वेखोगे सिख धर्म दे विच जो कि गुरु गोबिंद सिंह महाराज ने सानू उपदेश कीता, जो आपां बचन निता प्रति अरदास तो बाद पढ़दे हां कि आग्या पई अकाल की तबे चलायो पंथ, सब सिखन को हुक्म है गुरु मान्यो ग्रंथ।
ਪਰ ਅੱਜ ਆਪਾਂ ਉਸ ਗ੍ਰੰਥ ਤੋਂ, ਗੁਰੂ ਦੀ ਬਾਣੀ ਤੋਂ ਕੋਸਾਂ ਦੂਰ ਹੈਗੇ, ਕਿਉਂਕਿ ਇੱਕ ਮੂਲ ਲੱਗੇ 19 ਸੁਖ ਪਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਨੂੰ ਅੱਜ ਇਹ ਗੱਲ ਸਮਝਾ ਰਹੇ ਨੇ ਕਿ ਜਦੋਂ ਤੱਕ ਬੰਦਿਆ ਤੂੰ ਆਪਣੇ ਮੂਲ ਧੁਰੇ ਨਾਲ, ਇੱਕ ਪਰਮਾਤਮਾ ਨਾਲ ਜੁੜਿਆ ਰਹੇਗਾ, ਇੱਕ ਪਰਮਾਤਮਾ ਦੀ ਬਖਸ਼ਿਸ਼ ਦੇ ਹੇਠ ਰਹੇਗਾ, ਤੈਨੂੰ ਖੁਸ਼ੀਆਂ ਮਿਲਦੀਆਂ ਰਹਿਣਗੀਆਂ। ਪਰ ਜਿੱਦਣ ਤੂੰ ਆਪਣੇ ਮੂਲ ਸੋਮੇ ਤੋਂ, ਮੂਲ ਧੁਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਤੇਰੇ ਜੀਵਨ ਦੇ ਅੰਦਰ ਦੁੱਖ ਹੀ ਦੁੱਖ ਹੋਵੇਗਾ। ਆਪਾਂ ਜਦੋਂ ਸ਼ਲੋਕ 12 ਤੇ ਵਧੇਕ ਪੜ੍ਹਦੇ ਹਾਂ, ਉਹਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਬਹੁਤ ਪਿਆਰਾ ਦ੍ਰਿਸ਼ਟਾਂਤ ਖਿੱਚਿਆ ਹੈ। ਉਹ ਇੱਕਦਮ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹਨਾਂ ਤੁਕਾਂ ਨਾਲ ਮਿਲਦਾ ਹੈ। ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਉਹਨਾਂ ਦੇ ਨਾਲ ਬਿਲਕੁਲ ਇਹ ਸ਼ਬਦਾਂ ਦੀ ਤੁਕਾਂ ਮੇਲ ਖਾਦੀਆਂ ਨੇ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਉਦਾਸੀਆਂ ਦੇ ਸਮੇਂ ਜਦੋਂ ਕਿਸੇ ਰਸਤੇ ਦੇ ਕਿਨਾਰੇ ਤੋਂ ਲੰਘ ਰਹੇ ਸਨ ਤੇ ਕਿਨਾਰੇ ਤੇ ਕੀ ਵੇਖਿਆ, ਇੱਕ ਛੱਪੜ ਹੈ, ਇੱਕ ਪੱਬਰ ਹੈ, ਇੱਕ ਤਲਾਬ ਹੈ। ਤੇ ਮਹਾਰਾਜ ਨੇ ਜਦੋਂ ਉਹ ਤਲਾਬ ਵੇਖਿਆ ਤੇ ਤਲਾਬ ਦਾ ਪਾਣੀ ਜਿਹੜਾ ਨੀਲਾ ਹੈਗਾ, ਤੇ ਜਦੋਂ ਮਹਾਰਾਜ ਨੇ ਉਹ ਤਲਾਬ ਦਾ ਨੀਲਾ ਪਾਣੀ ਵੇਖਿਆ ਤੇ ਮਹਾਰਾਜ ਉਸ ਤਲਾਬ ਦੇ ਕਿਨਾਰੇ ਆ ਕੇ ਬੈਠ ਗਏ। ਉਸ ਤਲਾਬ ਦੇ ਕਿਨਾਰੇ ਫੁੱਲਾਂ ਦੀਆਂ ਹਰੀਆਂ ਹਰੀਆਂ ਡਾਰਾਂ ਹੈਗੀਆਂ। ਉਹਨਾਂ ਫੁੱਲਾਂ ਦੀਆਂ ਡਾਰਾਂ ਦੇ ਉੱਪਰ ਪੰਛੀ ਬੈਠ ਕੇ ਗੀਤ ਲਾਪ ਰਹੇ ਨੇ। ਜਦੋਂ ਮਹਾਰਾਜ ਨੇ ਸਾਰਾ ਕੁਝ ਨਜ਼ਾਰਾ ਵੇਖਿਆ ਤੇ ਮਹਾਰਾਜ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਮਹਾਰਾਜ ਕੁਝ ਸਮਾਂ ਉੱਥੇ ਰੁਕੇ ਨੇ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੋਂ ਦੀ ਚਲੇ ਗਏ। ਕੁਝ ਦਿਨਾਂ ਤੋਂ ਬਾਅਦ ਜਦੋਂ ਮਹਾਰਾਜ ਫਿਰ ਵਾਪਸ ਉਸੇ ਰਸਤੇ ਦੀ ਥਾਈਂ ਆ ਰਹੇ ਨੇ ਤੇ ਕੀ ਵੇਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਛੱਪੜ ਸੀ ਉਹਦਾ ਪਾਣੀ ਬਿਲਕੁਲ ਕਾਲਾ ਤੇ ਮੈਲਾ ਹੋ ਗਿਆ ਹੈ। ਜਿਹੜੀਆਂ ਫੁੱਲਾਂ ਦੀਆਂ ਡਾਰਾਂ ਸਨ ਉਹ ਸੜ ਗਲ ਗਈਆਂ ਨੇ ਤੇ ਪੰਛੀਆਂ ਦੇ ਗੀਤ ਗਾਉਣ ਦੀ ਆਵਾਜ਼ ਨਹੀਂ ਆ ਰਹੀ। ਜਦੋਂ ਮਹਾਰਾਜ ਨੇ ਸਾਰਾ ਕੁਝ ਆਪਣੇ ਅੱਖਾਂ ਨਾਲ ਡਿਠਿਆ ਤੇ ਮਹਾਰਾਜ ਤੋਂ ਰਿਹਾ ਨਾ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਪੱਬਰ ਨੂੰ, ਉਸ ਛੱਪੜ ਨੂੰ ਇੱਕ ਸਵਾਲ ਕੀਤਾ। ਕਹਿੰਦੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ। ਕਹਿੰਦੇ, ਹੇ ਪੱਬਰ ਤੂੰ ਤੇ ਬੜਾ ਹਰਿਆ ਭਰਿਆ ਸੀ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓਏ ਕਾਲੀ ਹੋਈਆ ਦੋਹਰੀ ਨਾਨਕ ਮੈਂ ਤਨ ਭੰਗ। ਕਹਿੰਦੇ, ਕਿੰਨਾ ਕਾਰਨਾਂ ਕਰਕੇ ਤੇਰਾ ਪਾਣੀ ਜਿਹੜਾ ਨੀਲਾ ਸੀ ਉਹ ਮੈਲਾ ਹੋ ਗਿਆ ਹੈ। ਕਿੰਨਾ ਕਾਰਨਾਂ ਕਰਕੇ ਤੇਰੇ ਕਿਨਾਰੇ ਤੇ ਫੁੱਲਾਂ ਦੇ ਰੁੱਖ ਸਨ ਉਹ ਨਜ਼ਰ ਨਹੀਂ ਆ ਰਹੇ, ਉਹ ਸੜ ਗਏ ਨੇ। ਜਿਹੜੀਆਂ ਪੰਛੀਆਂ ਦੀਆਂ ਡਾਰਾਂ ਸਨ ਉਹ ਨਜ਼ਰ ਨਹੀਂ ਆ ਰਹੀਆਂ। ਜਿਹੜੇ ਪੰਛੀ ਆ ਕੇ ਤੇਰੇ ਕਿਨਾਰੇ ਤੇ ਬੈਠ ਕੇ ਗੀਤ ਗਾਉਂਦੇ ਸਨ। ਮਹਾਰਾਜ ਨੇ ਜਦੋਂ ਇਹ ਸਵਾਲ ਪੱਬਰ ਨੂੰ ਕੀਤਾ ਤੇ ਅੱਗੋਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜਵਾਬ ਦੇ ਰਹੇ ਨੇ। ਮਹਾਰਾਜ ਕਹਿੰਦੇ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜਿਓਏ ਕਾਲੀ ਹੋਈਆ ਦੋਹਰੀ ਨਾਨਕ ਮੈਂ ਤਨ ਭੰਗ। ਅੱਗੇ ਗੁਰੂ ਸਾਹਿਬ ਕਹਿੰਦੇ, ਜਾਣਾ ਪਾਣੀ ਨਾ ਲਹਾ ਜੇ ਸੇਤੀ ਮੇਰਾ ਸੰਗ। ਕਹਿੰਦੇ, ਜਦੋਂ ਤੱਕ ਮੈਂ ਆਪਣੇ ਮੂਲ ਨਾਲ, ਆਪਣੇ ਧੁਰੇ ਨਾਲ ਜੁੜਿਆ ਪਿਆ ਸੀ। ਗੁਰੂ ਅਮਰਦਾਸ ਮਹਾਰਾਜ ਜੋ ਗੱਲ ਕਰ ਰਹੇ ਨੇ, ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਕਿ ਜਦੋਂ ਤੱਕ ਮੈਂ ਆਪਣੇ ਮੂਲ ਸੋਮੇ ਸਮੁੰਦਰ ਨਾਲ, ਨਦੀਆਂ ਨਾਲ ਜੁੜਿਆ ਪਿਆ ਸੀ ਤੇ ਉਹਨਾਂ ਦਾ ਨਿਤ ਦਾ ਕਰਮ ਸੀ ਕਿ ਉਹ ਮੇਰੇ ਵਿੱਚੋਂ ਪੁਰਾਣਾ ਪਾਣੀ ਕੱਢ ਕੇ ਨਿਤ ਨਵਾਂ ਪਾਣੀ ਪਾ ਦਿੰਦੇ ਸਨ। ਪਰ ਜਿੱਦਣ ਤੋਂ ਮੈਂ ਆਪਣੇ ਮੂਲ ਧੁਰੇ ਸਮੁੰਦਰ ਨਾਲ ਟੁੱਟ ਗਿਆ, ਉਦਣ ਤੋਂ ਬਾਅਦ ਮੇਰੀ ਹਾਲਾਤ ਇਹ ਹੋ ਗਈ ਹੈ ਕਿ ਜਿਹੜਾ ਪਾਣੀ ਮੇਰਾ ਖੁਸ਼ਬੂ ਦਿੰਦਾ ਸੀ, ਅੱਜ ਮੇਰੇ ਉਸ ਪਾਣੀ ਦੇ ਵਿੱਚੋਂ ਬਦਬੂ ਆ ਰਹੀ ਹੈ। ਜਿਹੜੇ ਮੇਰੇ ਕਿਨਾਰੇ ਤੇ ਫੁੱਲਾਂ ਦੀਆਂ ਡਾਰਾਂ ਸਨ, ਪੰਛੀ ਆ ਕੇ ਗੀਤ ਲਾਪਦੇ ਸਨ, ਅੱਜ ਉਹ ਕੋਈ ਨਜ਼ਰ ਨਹੀਂ ਆ ਰਹੇ। ਤੇ ਮਹਾਰਾਜ ਕਹਿੰਦੇ, ਜਾਣਾ ਪਾਣੀ ਨਾ ਲਹਾ ਜੇ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ ਚੜੀ ਚਵਗਨ ਵਨ। ਕਹਿੰਦੇ, ਜਦੋਂ ਤੱਕ ਬੰਦਿਆ ਤੂੰ ਆਪਣੇ ਮੂਲ ਨਾਲ ਜੁੜਿਆ ਰਹੇਗਾ, ਆਪਣੇ ਮੂਲ ਪਰਮਾਤਮਾ ਨਾਲ ਜੁੜਿਆ ਰਹੇਗਾ, ਉਦੋਂ ਤੱਕ ਤੂੰ ਸੁਖੀ ਰਹੇਗਾ। ਪਰ ਜਿੱਦਣ ਤੂੰ ਆਪਣੇ ਮੂਲ ਧੁਰੇ ਨਾਲ, ਰੱਬ ਪਰਮਾਤਮਾ ਨਾਲ ਟੁੱਟ ਗਿਆ, ਗੁਰੂ ਦੀ ਬਾਣੀ ਨਾਲ, ਗੁਰੂ ਦੇ ਸ਼ਬਦ ਨਾਲ ਟੁੱਟ ਗਿਆ, ਮਹਾਰਾਜ ਕਹਿੰਦੇ ਤੇਰੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹੈਗਾ।
ਅੱਜ ਆਪਾਂ ਆਪਣੇ ਮੂਲ ਤੁਰੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਟੁੱਟੀ ਜਾ ਰਹੇ ਹਾਂ। ਅੱਜ ਅਸੀਂ ਇੱਕ ਪਰਮਾਤਮਾ ਦੀ ਗੱਲ ਨਹੀਂ ਕਰਦੇ, ਕਿਉਂਕਿ ਗੁਰੂ ਸਾਹਿਬ ਕਹਿੰਦੇ ਏਕਾ ਬਾਣੀ ਏਕੋ ਗੁਰ ਏਕੋ ਸ਼ਬਦ ਵਿਚਾਰ, ਕਿ ਸਾਡੀ ਬਾਣੀ ਇੱਕ ਹੈ, ਸਾਡਾ ਗੁਰੂ ਇੱਕ ਹੈ, ਸਾਡੀ ਵਿਚਾਰ ਇੱਕ ਹੋਣੀ ਚਾਹੀਦੀ ਹੈ। ਪਰ ਅੱਜ ਆਪਾਂ ਝਾਤ ਮਾਰੀਏ ਕਿ ਸਾਡੀ ਵਿਚਾਰ ਕੋਈ ਇੱਕ ਹੈਗੀ। ਅੱਜ ਸਾਡੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ, ਸਾਡੀ ਆਪਸ ਵਿੱਚ ਗੱਲਬਾਤ ਨਹੀਂ ਬਣਦੀ। ਅੱਜ ਸਿੱਖ ਨੂੰ ਵੇਖ ਕੇ ਆਪਾਂ ਬਰਦਾਸ਼ਤ ਨਹੀਂ ਕਰ ਪਾ ਰਹੇ। ਜਿਹਦੇ ਬਾਰੇ ਇੱਕ ਕਵੀ ਨੇ ਬੜਾ ਪਿਆਰਾ ਕਿਹਾ, ਉਹ ਕਵੀ ਕਹਿੰਦਾ ਸਿੱਖ ਦੀ ਡੈਫੀਨੇਸ਼ਨ ਤੇ ਇੰਨੀ ਪਿਆਰੀ ਸੀ ਕਿ ਸਿੱਖ ਜਦੋਂ ਆਪਸ ਦੇ ਵਿੱਚ ਮਿਲਦੇ ਸਨ ਤੇ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਸਨ। ਪਰ ਕਹਿੰਦੇ ਅੱਜ ਸਿੱਖ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰ ਰਿਹਾ। ਉਹ ਕਵੀ ਕਹਿੰਦਾ ਸਿੱਖ ਜਦੋਂ ਆਪਸ ਦੇ ਅੰਦਰ ਮਿਲਦੇ ਸਨ, 4 ਮਿਲੇ 64 ਖਿਲੇ ਮਿਲੇ 20 ਕਰ ਜੋਰ, ਗੁਰਸਿੱਖ ਸੇ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਕਹਿੰਦੇ ਸਿੱਖ ਤੁਰਿਆ ਜਾ ਰਿਹਾ ਸੀ, ਇੱਕ ਸਿੱਖ ਨੇ ਦੂਜੇ ਸਿੱਖ ਨੂੰ ਵੇਖਿਆ। ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਵੇਖਿਆ, ਦੋਵਾਂ ਦੇ 2-2 ਹੱਥ ਜੁੜ ਗਏ ਤੇ ਦੋਵਾਂ ਦੀ 2-2 ਅੱਖਾਂ ਇੱਕੋ ਦਮ ਆਮਣੇ ਸਾਹਮਣੇ ਹੋ ਗਈਆਂ। 4 ਮਿਲੇ 64 ਖਿਲੇ ਮਿਲੇ 20 ਕਰ ਜੋਰ। ਕਹਿੰਦੇ ਦੋਵਾਂ ਦੀਆਂ 10-10 ਉਂਗਲਾਂ ਆਪਸ ਵਿੱਚ ਜੁੜ ਗਈਆਂ। ਜਦੋਂ ਦੋਵਾਂ ਦੀ 10-10 ਉਂਗਲਾਂ ਆਪਸ ਵਿੱਚ ਜੁੜੀਆਂ, ਦੋਵਾਂ ਨੇ ਇੱਕ ਦੂਜੇ ਨੂੰ ਗਲਵਕੜੀ 'ਚ ਲਿਆ ਤੇ ਫਤਿਹ ਬੁਲਾਈ। ਇੱਕੋ ਦਮ ਇੱਕ ਮਨੁੱਖ ਦੇ ਅੰਦਰ ਜਦੋਂ ਉਹਨਾਂ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸੱਚ ਜਾਣਿਓ ਦੋਵਾਂ ਦੇ 3.5 ਕਰੋੜ ਰੋਮ ਇੱਕੋ ਦਮ 7 ਕਰੋੜ ਰੋਮ ਵਾਹਿਗੁਰੂ ਕਹਿਣ ਲੱਗ ਪਏ। ਪਰ ਇਹ ਜਿਹੜੀ ਵਿਚਾਰ ਹੈ, ਸਾਧ ਸੰਗਤ ਜੀ ਖਿਆਲ ਰੱਖਣਾ ਕਿ ਅੱਜ ਆਪਾਂ ਇੱਕ ਦੂਜੇ ਨੂੰ ਕਿਸ ਤਰ੍ਹਾਂ ਮਿਲਦੇ ਪਏ ਹਾਂ, ਅੱਜ ਆਪਾਂ ਇੱਕ ਦੂਜੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਪਏ ਹਾਂ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਅਸੀਂ ਇੱਕ ਪਰਮਾਤਮਾ ਦੇ ਨਾਲ ਨਹੀਂ ਜੁੜੇ ਹੋਏ। ਅਸੀਂ ਇੱਕ ਪੰਥ ਨਾਲ, ਇੱਕ ਗ੍ਰੰਥ ਨਾਲ, ਇੱਕ ਵਿਚਾਰ ਨਾਲ ਨਹੀਂ ਜੁੜੇ ਹੋਏ। ਜਦੋਂ ਆਪਾਂ ਇੱਕ ਪੰਥ ਨਾਲ, ਇੱਕ ਗ੍ਰੰਥ ਨਾਲ, ਇੱਕ ਪਰਮਾਤਮਾ ਦੀ ਵਿਚਾਰ ਨਾਲ ਜੁੜਾਂਗੇ, ਜਿਹਨੂੰ ਮਹਾਰਾਜ ਨੇ ਕਿਹਾ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਕਿ ਸਾਡਾ ਇੱਕ ਹੀ ਪਿਤਾ ਹੈ, ਇੱਕ ਪਿਤਾ ਦੇ ਅਸੀਂ ਬੱਚੇ ਹਾਂ ਤੇ ਇੱਕ ਪਿਤਾ ਦੇ ਨਾਲ ਆਪਾਂ ਸੰਸਾਰ ਵਿੱਚ ਚੱਲਣਾ ਹੈ। ਪਰ ਅੱਜ ਸਾਡੀ ਇਹ ਬਦਕਿਸਮਤੀ ਹੈ ਕਿ ਅਸੀਂ ਆਪਣੇ ਘਰਾਂ ਵਿੱਚ, ਆਪਣੇ ਪਰਿਵਾਰਾਂ ਵਿੱਚ ਇੱਕ ਦੀ ਵਿਚਾਰ ਨੂੰ ਲਾਗੂ ਨਾ ਕਰ ਸਕੇ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਨੇ। ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ, ਕਿ ਜਦੋਂ ਵੱਖ-ਵੱਖ ਹੋ ਕੇ ਆਪਾਂ ਵੰਡੇ ਜਾਵਾਂਗੇ ਤੇ ਹਰ ਇੱਕ ਮਨੁੱਖ ਸਾਡੇ ਤੇ ਹਮਲਾ ਕਰ ਸਕਦਾ ਹੈ। ਪਰ ਜਦੋਂ ਇੱਕ ਦੀ ਵਿਚਾਰ ਲੈ ਕੇ ਇੱਕ ਪਰਮਾਤਮਾ ਨਾਲ ਜੁੜੇ ਰਵਾਂਗੇ ਤੇ ਸੱਚ ਜਾਣਿਓ ਸਾਡੇ ਅੰਦਰ ਇੱਕ ਦਾ ਇਹੋ ਜਿਹਾ ਪ੍ਰਤਾਪ ਵਰਤੇਗਾ ਕਿ ਅਸੀਂ ਇੱਕ ਦੇ ਹੋ ਕੇ ਰਹਿ ਜਾਵਾਂਗੇ। ਜਿਸ ਗੁਰੂ ਦਾ ਇਹ ਸ਼ਬਦ ਹੈ ਨਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ, ਜਦੋਂ ਆਪਾਂ ਉਸ ਗੁਰੂ ਦਾ ਜੀਵਨ ਪੜ੍ਹਦੇ ਹਾਂ, ਜਦੋਂ ਆਪਾਂ ਉਸ ਗੁਰੂ ਦੇ ਜੀਵਨ ਬਾਰੇ ਵੇਖਦੇ ਹਾਂ ਤੇ ਸੱਚ ਜਾਣਿਓ ਉਸ ਗੁਰੂ ਦੇ ਜੀਵਨ ਦੇ ਅੰਦਰ ਵੀ ਅਨੇਕਾਂ ਡਾਲੀਆਂ ਸਨ, ਅਨੇਕਾਂ ਸ਼ਾਖਾਵਾਂ ਸਨ। ਅੱਜ ਉਸ ਗੁਰੂ ਦੇ ਜੀਵਨ ਦੇ 60-61 ਸਾਲ ਬਤੀਤ ਹੋ ਗਏ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ 20 ਵਾਰ ਗੰਗਾ ਦੀ ਯਾਤਰਾ ਹੋ ਆਏ। ਕਿਉਂਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ, ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ, ਕਿ ਜਦੋਂ ਤੱਕ ਬੰਦਿਆ ਤੂੰ ਆਪਣੇ ਮੂਲ ਨਾਲ, ਇੱਕ ਪਰਮਾਤਮਾ ਨਾਲ ਜੁੜਿਆ ਰਹੇਗਾ ਤੂੰ ਸੁਖੀ ਰਹੇਗਾ। ਪਰ ਜੇਦਣ ਤੂੰ ਵੱਖ-ਵੱਖ ਡਾਲੀਆਂ ਦੇ ਵਿੱਚ, ਵੱਖ-ਵੱਖ ਸ਼ਾਖਾਵਾਂ ਦੇ ਵਿੱਚ, ਵੱਖ-ਵੱਖ ਪਦਾਰਥਾਂ ਵਿੱਚ ਵੰਡਿਆ ਜਾਵੇਗਾ ਤੇ ਤੇਰੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਰਹੇਗਾ। ਗੁਰੂ ਅਮਰਦਾਸ ਮਹਾਰਾਜ ਜੀ 20 ਵਾਰ ਗੰਗਾ ਦੀ ਯਾਤਰਾ ਹੋ ਆਏ। ਅੱਜ 20 ਵਾਰ ਗੰਗਾ ਦੀ ਯਾਤਰਾ ਤੋਂ ਵਾਪਸ ਆ ਰਹੇ ਨੇ ਤੇ ਵਾਪਸ ਆਂਦਿਆਂ ਹੋਇਆਂ ਆਪ ਰਸਤੇ ਵਿੱਚ ਰੁਕਦੇ ਸਨ। ਜਦੋਂ ਆਪ ਰਸਤੇ ਦੇ ਵਿੱਚ ਰੁਕੇ ਨੇ ਤੇ ਇੱਕ ਸੰਨਿਆਸੀ ਸਾਧੂ ਆਪ ਦੇ ਨਾਲ ਹੈਗਾ, ਆਪ ਨਾਲ ਗੱਲਾਂ ਬਾਤਾਂ ਹੋਈਆਂ। ਸੰਨਿਆਸੀ ਸਾਧੂ ਨੇ ਸਮਾਂ ਬਤੀਤ ਕੀਤਾ ਤੇ ਬਾਬਾ ਅਮਰਦਾਸ ਜੀ ਨੇ ਆਪ ਜੀ ਦੀ ਬਹੁਤ ਸੇਵਾ ਕੀਤੀ। ਜਦੋਂ ਉਹ ਸੰਨਿਆਸੀ ਸਾਧੂ ਜਾਣ ਲੱਗਿਆ ਤੇ ਜਾਂਦਿਆਂ ਜਾਂਦਿਆਂ ਉਹਨੇ ਸਵਾਲ ਪੁੱਛ ਲਿਆ, ਪੁਰਖਾ ਤੇਰਾ ਗੁਰੂ ਕੌਣ ਹੈ? ਤੇਰੀ ਸੇਵਾ ਨੂੰ ਵੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ। ਜੇਕਰ ਸੇਵਕ ਇਹੋ ਜਿਹਾ ਹੈ
ਤੇ ਗੁਰੂ ਕਿਹੋ ਜਿਹਾ ਹੋਵੇਗਾ। ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਤੇ ਬਾਬਾ ਅਮਰਦਾਸ ਮਹਾਰਾਜ ਕਹਿੰਦੇ ਹਾਲੇ ਗੁਰੂ ਦੀ ਭਾਲ ਚਲਦੀ ਪਈ ਹੈ, ਹਾਲੇ ਗੁਰੂ ਦੀ ਭਾਲ ਕਰਦੇ ਪਏ ਹਾਂ। ਉਸ ਸੰਨਿਆਸੀ ਸਾਧੂ ਦੇ ਮੁਖੋਂ ਬਚਨ ਨਿਕਲ ਗਏ, ਕਹਿੰਦੇ ਮੈਂ ਇੱਕ ਨਿਗੂਰੇ ਦੇ ਹੱਥੋਂ ਖਾਂਦਾ ਪੀਂਦਾ ਰਿਹਾ, ਮੇਰਾ ਜੀਵਨ ਭ੍ਰਸ਼ਟ ਹੋ ਗਿਆ, ਮੇਰਾ ਧਰਮ ਕਰਮ ਸਾਰਾ ਭ੍ਰਸ਼ਟ ਹੋ ਗਿਆ, ਮੈਂ ਇੱਕ ਨਿਗੂਰੇ ਦੇ ਹੱਥੋਂ ਖਾਂਦਾ ਪੀਂਦਾ ਰਿਹਾ। ਇਹ ਬਚਨ ਕਹਿ ਕੇ ਉਹ ਸੰਨਿਆਸੀ ਸਾਧੂ ਚਲਾ ਗਿਆ। ਪਰ ਇੱਧਰ ਬਾਬਾ ਅਮਰਦਾਸ ਮਹਾਰਾਜ ਜੀ ਦੇ ਮਨ ਅੰਦਰ, ਹਿਰਦੇ ਦੇ ਅੰਦਰ ਉਹ ਬਚਨ, ਉਹ ਸ਼ਬਦ ਘਰ ਕਰ ਗਏ। ਇੰਨੀ ਕੋ ਠੇਸ, ਇੰਨੀ ਕੋ ਚੀਸ ਦੇ ਗਏ ਕਿ ਅੱਜ ਵਾਪਸ ਆਪਣੇ ਘਰ ਵਿੱਚ ਆ ਗਏ ਤੇ ਆਪਣੇ ਘਰ ਆ ਕੇ ਬੈਠੇ ਨੇ। ਸ਼ਾਮ ਦਾ ਸਮਾਂ ਹੈ, ਬਾਬਾ ਅਮਰਦਾਸ ਮਹਾਰਾਜ ਜੀ ਆਪਣੇ ਮੰਜੇ ਤੇ ਬੈਠੇ ਹੋਏ ਨੇ ਤੇ ਮੰਜੇ ਤੇ ਬੈਠਿਆਂ ਹੋਇਆਂ ਪੂਰੀ ਰਾਤ ਇਹ ਸੋਚਦੇ ਰਹੇ ਕਿ ਜੋ ਸੰਨਿਆਸੀ ਸਾਧੂ ਬਚਨ ਕਹਿ ਕੇ ਗਿਆ ਹੈ, ਸੱਚ ਜਾਣੋ ਮੈਂ ਨਿਗੂਰੇ ਕਾ ਹੈ ਨਾਉ ਬੁਰਾ ਬਾਣੀ ਕਹਿੰਦੀ ਹੈ। ਤੇ ਬਾਬਾ ਅਮਰਦਾਸ ਮਹਾਰਾਜ ਜੀ ਸੋਚਣ ਤੇ ਮਜਬੂਰ ਹੋ ਗਏ ਕਿ ਪੁਰਖਾ, ਜੀਵਨ ਦੇ 61-62 ਸਾਲ ਬਤੀਤ ਹੋ ਗਏ ਪਰ ਤੂੰ ਗੁਰੂ ਧਾਰਨ ਨਹੀਂ ਕੀਤਾ, ਇੱਕ ਮੂਲ ਪਰਮਾਤਮਾ ਨਾਲ ਨਹੀਂ ਜੁੜਿਆ, ਇੱਕ ਮੂਲ ਪਰਮਾਤਮਾ ਦਾ ਆਸਰਾ ਨਹੀਂ ਲਿਆ। ਤੇ ਸੱਚ ਜਾਣੋ ਪੂਰੀ ਰਾਤ ਆਪ ਨੇ ਜਾਗ ਕੇ ਬਤੀਤ ਕਰ ਦਿੱਤੀ। ਬਾਬਾ ਅਮਰਦਾਸ ਨੇ ਅੱਜ ਪੂਰੀ ਰਾਤ ਜਾਗ ਕੇ ਬਤੀਤ ਕਰਦੇ ਪਏ ਨੇ। ਅੰਮ੍ਰਿਤ ਵੇਲੇ ਦੀ ਪੋਹ ਫੁੱਟਦੀ ਪਈ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਪਿਆ ਹੈ ਤੇ ਇਹਨਾਂ ਦੇ ਘਰ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬੱਚੀ ਬੀਬੀ ਅਮਰੋ ਜੀ ਇਹਨਾਂ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਤੇ ਜਿਸ ਵਕਤ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਮਧਾਣੀ ਵਿੱਚ ਦਹੀਂ ਪਾ ਕੇ ਰੜਕਦੀ ਪਈ ਹੈ ਤੇ ਦਹੀਂ ਰੜਕਦਿਆਂ ਬੀਬੀ ਅਮਰੋ ਜੀ ਬਾਣੀ ਦੀਆਂ ਤੁਕਾਂ ਪੜ੍ਹੀ ਸਨ। ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋ ਲੇਖ ਪਏ, ਜੋ ਜੋ ਕਿਰਤ ਚਲਾਏ ਤੋਂ ਹਰੀਏ ਤੋਂ ਗੁਣ ਨਾਹੀ ਅੰਤ ਹਰੇ। ਜਦੋਂ ਆਪ ਇਹ ਬਾਣੀ ਦੀਆਂ ਤੁਕਾਂ ਪੜ੍ਹੀਆਂ ਨੇ ਤੇ ਉਸ ਵਕਤ ਬਾਬਾ ਅਮਰਦਾਸ ਮਹਾਰਾਜ ਦੇ ਕੰਨਾਂ ਵਿੱਚ ਇਹ ਤੁਕਾਂ ਗਈਆਂ। ਜਦੋਂ ਆਪ ਨੇ ਇਹ ਤੁਕਾਂ ਸੁਣੀਆਂ ਤੇ ਆਪ ਤੋਂ ਰਿਹਾ ਨਾ ਗਿਆ। ਆਪ ਬੀਬੀ ਅਮਰੋ ਜੀ ਕੋਲ ਚੱਲ ਕੇ ਆਏ ਤੇ ਆ ਕੇ ਪੁੱਛਿਆ, ਬੇਟਾ ਧੀਏ ਮੇਰੀਏ, ਜਿਹੜੀ ਇਹ ਤੂੰ ਬਾਣੀ ਦੀ ਤੁਕਾਂ ਪੜ੍ਹੀ ਸੀ, ਇਹ ਬਾਣੀ ਦੀ ਤੁਕਾਂ ਪੜ੍ਹ ਕੇ ਮੇਰੇ ਮਨ ਨੂੰ ਬੜਾ ਤਰਾਸ ਪਹੁੰਚਿਆ ਹੈ, ਮੇਰਾ ਮਨ ਬੜਾ ਖੁਸ਼ ਹੋਇਆ ਹੈ। ਧੀਏ ਦੱਸੇਗੀ ਇਹ ਬਾਣੀ ਦੀ ਤੁਕਾਂ ਕਿਹਦੀਆਂ ਹੈਗੀਆਂ? ਤੇ ਉਸ ਵਕਤ ਬੀਬੀ ਅਮਰੋ ਜੀ ਕਹਿਣ ਲੱਗੀ, ਪਿਤਾ ਜੀ ਇਹ ਬਾਣੀ ਦੀ ਤੁਕਾਂ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹੈਗੀਆਂ। ਤੇ ਬਾਬਾ ਅਮਰਦਾਸ ਮਹਾਰਾਜ ਕਹਿਣ ਲੱਗੇ, ਮੈਂ ਇਹੋ ਜਿਹੇ ਗੁਰੂ ਦੇ ਦਰਸ਼ਨ ਕਰਨੇ ਨੇ, ਮੈਂ ਇਹੋ ਜਿਹੇ ਗੁਰੂ ਦੇ ਦੀਦਾਰ ਕਰਨੇ ਨੇ। ਗੁਰੂ ਕੀ ਸੰਗਤ ਜੀ, ਜਦੋਂ ਇਹ ਵਿਆਕੁਲਤਾ ਬਾਬਾ ਅਮਰਦਾਸ ਨੇ ਜ਼ਾਹਿਰ ਕੀਤੀ ਤੇ ਅੱਗੋਂ ਬੀਬੀ ਅਮਰੋ ਜੀ ਬੋਲ ਪਈ। ਕਹਿੰਦੇ ਬਾਬਾ ਅਮਰਦਾਸ ਜੀ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਸਰੀਰਕ ਜਾਮੇ ਵਿੱਚ ਨਹੀਂ ਹੈਗੇ, ਪਰ ਇਹਨਾਂ ਦੀ ਥਾਂ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਬਣੇ ਨੇ। ਕਹਿੰਦੇ ਮੈਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਚੱਲੋ। ਤੇ ਸੱਚ ਜਾਣਿਓ ਉਸ ਵਕਤ ਬੀਬੀ ਅਮਰੋ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਗਏ ਨੇ। ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਤਾ ਲੱਗਿਆ ਕਿ ਬਾਬਾ ਅਮਰਦਾਸ ਜੀ ਆਏ ਨੇ, ਕਿਉਂਕਿ ਕੁੜਮਾਚਾਰੀ ਤੇ ਰਿਸ਼ਤੇਦਾਰੀ ਸੀ, ਆਪ ਅੱਗੇ ਹੋ ਕੇ ਲੈਣ ਵਾਸਤੇ ਆਏ ਨੇ। ਪਰ ਅੱਗੋਂ ਬਾਬਾ ਅਮਰਦਾਸ ਮਹਾਰਾਜ ਨੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੇ, ਮੈਂ ਕੁੜਮਾਚਾਰੀ ਜਾਂ ਰਿਸ਼ਤੇਦਾਰੀ ਕਰਕੇ ਨਹੀਂ ਆਇਆ, ਮੈਂ ਇੱਕ ਸੇਵਕ ਦੇ ਨਾਤੇ ਆਇਆ ਹਾਂ। ਕਹਿੰਦੇ ਮੈਂ ਤੁਹਾਡੇ ਚਰਨਾਂ ਵਿੱਚ ਜੁੜਨਾ ਹੈ। ਤੇ ਅੱਗੋਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਜੇਕਰ ਪੁਰਖਾ ਸੇਵਕ ਦੇ ਨਾਤੇ ਆਇਆ ਹੈ ਤੇ ਕਹਿੰਦੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰੋ। ਤੇ ਸੱਚ ਜਾਣਿਓ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਮਹਾਰਾਜ ਨੂੰ ਆਪਣੇ ਕੋਲ ਰੱਖ ਲਿਆ। ਤੇ ਆਪ ਦਾ ਨਿਤ ਦਾ ਨੇਮ ਸੀ, ਅੰਮ੍ਰਿਤ ਵੇਲੇ ਪੋਹ ਫੁੱਟਦੀ ਉੱਠਦਿਆਂ ਪਹਿਲੇ ਪੈਰ ਬਾਬਾ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ ਪਾਣੀ ਦੀ ਗਾਗਰ ਭਰ ਕੇ ਲਿਆਣੀ ਤੇ ਆਪ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਸ਼ਨਾਨ ਕਰਾਣਾ। ਉਸ ਤੋਂ ਬਾਅਦ ਆਪ ਨੇ ਲੰਗਰਾਂ ਵਿੱਚ ਲੈ ਜਾਣਾ, ਲੰਗਰ ਤਿਆਰ ਕਰਾਣੇ, ਪ੍ਰਸ਼ਾਦੇ ਤਿਆਰ ਕਰਾਣੇ, ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੀ ਬਾਣੀ ਨਾਲ ਜੁੜਨਾ।
ਨਿਤਾ ਪ੍ਰਤੀ ਆਪ ਇਹ ਸੇਵਾ ਸੰਭਾਲ ਕਰਦੇ ਰਹੇ। ਸੇਵਾ ਸੰਭਾਲ ਕਰਦਿਆਂ ਕਰਦਿਆਂ ਆਪ ਜੀ ਦਾ ਜੀਵਨ ਉੱਤੇ ਬਤੀਤ ਹੁੰਦਾ ਗਿਆ। ਕੋਈ ਆਪ ਜੀ ਨੇ 1 ਸਾਲ ਨਹੀਂ, 2 ਸਾਲ ਨਹੀਂ, 3 ਸਾਲ ਨਹੀਂ, ਤਕਰੀਬਨ ਆਪ ਜੀ ਨੇ 12 ਸਾਲ ਸੇਵਾ ਕੀਤੀ। ਤੇ 12 ਸਾਲ ਸੇਵਾ ਕਰਦਿਆਂ ਹੋਇਆਂ ਬਾਬਾ ਅਮਰਦਾਸ ਮਹਾਰਾਜ ਜੀ ਨੇ ਆਪਣੇ ਜ਼ਬਾਨ ਤੋਂ ਕਦੇ ਇੱਕ ਵਾਰ ਗੁਰੂ ਅੰਗਦ ਦੇਵ ਮਹਾਰਾਜ ਅੱਗੇ ਗਿਲਾ ਨਹੀਂ ਕੀਤਾ ਕਿ ਗੁਰੂ ਅੰਗਦ ਦੇਵ ਮਹਾਰਾਜ ਮੇਰੀ ਸੇਵਾ ਨੂੰ ਫਲ ਨਹੀਂ। ਅੱਜ 12 ਸਾਲ ਹੋ ਗਏ ਨੇ ਪਰ ਮੇਰੀ ਸੇਵਾ ਨੂੰ ਫਲ ਨਹੀਂ। ਸੱਚ ਜਾਣਿਓ ਗੁਰੂ ਕੀ ਸੰਗਤ। ਅੱਜ ਆਪਾਂ ਛੇਤੀ ਹੀ ਗੁਰੂ ਤੋਂ ਰੁੱਸ ਜਾਂਦੇ ਹਾਂ। ਆਪਾਂ 2 ਦਿਨ ਗੁਰੂ ਘਰ ਆ ਕੇ ਸੇਵਾ ਕਰਦੇ ਹਾਂ, 2 ਦਿਨ ਆ ਕੇ ਗੁਰੂ ਘਰ ਝਾੜੂ ਮਾਰਦੇ ਹਾਂ, 2 ਦਿਨ ਆ ਕੇ ਗੁਰੂ ਘਰ ਲੰਗਰ ਵਰਤਾਉਂਦੇ ਹਾਂ, 2-4 ਦਿਨ ਮੱਥਾ ਟੇਕਦੇ ਹਾਂ ਤੇ 2-4 ਦਿਨਾਂ ਦੇ ਬਾਅਦ ਅੱਗੋਂ ਮੰਗ ਰੱਖ ਦਿੰਦੇ ਆ ਕਿ ਸਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਵੇਖੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿੰਨੀ ਵੱਡੀ ਘਾਲਣਾ ਹੈ। ਅੱਜ ਅਸੀਂ 2-4-10 ਦਿਨ ਗੁਰੂ ਘਰ ਵਿੱਚ ਆ ਕੇ ਪਤਾ ਨਹੀਂ ਕਿੰਨੀਆਂ ਮੰਗਾਂ ਰੱਖ ਦਿੰਦੇ ਆ ਕਿ ਸਾਨੂੰ ਆ ਵੀ ਚਾਹੀਦਾ ਹੈ ਤੇ ਸਾਨੂੰ ਆ ਵੀ ਚਾਹੀਦਾ ਹੈ। ਪਰ ਗੁਰੂ ਅਮਰਦਾਸ ਮਹਾਰਾਜ ਨਿਰੰਤਰ ਸੇਵਾ ਕਰਦੇ ਰਹੇ ਤੇ ਸੇਵਾ ਵੀ ਕੋਈ ਇਹੋ ਜੀ ਨਹੀਂ। ਅੰਮ੍ਰਿਤ ਵੇਲੇ ਉੱਠ ਕੇ ਆਪ ਨੇ ਗੁਰੂ ਕੇ ਇਸ਼ਨਾਨ ਵਾਸਤੇ ਪਾਣੀ ਭਰ ਕੇ ਲਿਆਣਾ, ਲੰਗਰ ਤਿਆਰ ਕਰਨੇ ਤੇ ਇਹੋ ਜੀ ਬਿਰਧ ਅਵਸਥਾ ਵਿੱਚ ਆਪ ਨਿਰੰਤਰ ਸੇਵਾ ਕਰਦੇ ਰਹੇ। ਤੇ ਸੇਵਾ ਕਰਦਿਆਂ ਕਰਦਿਆਂ ਇੰਨਾ ਸਮਾਂ ਬਤੀਤ ਹੋ ਜਾਣਾ ਪਰ ਆਪ ਨੇ ਆਪਣੇ ਮੁਖੋਂ ਇੱਕ ਵਾਰ ਇਹ ਬੋਲ ਨਹੀਂ ਕਹੇ ਕਿ ਗੁਰੂ ਅੰਗਦ ਦੇਵ ਮਹਾਰਾਜ ਮੇਰੀ ਸੇਵਾ ਨੂੰ ਫਲ ਕਦੇ ਲੱਗੇਗਾ, ਕਿਉਂਕਿ ਫਲ ਤੇ ਗੁਰੂ ਨੇ ਆਪਣੇ ਹੱਥ ਰੱਖਿਆ ਹੈ। ਪੁਰਖਾ ਤੇਰਾ ਕਰਮ ਹੈ, ਤੂੰ ਕਰਮ ਕਰੀ ਜਾ, ਫਲ ਤੇ ਗੁਰੂ ਨੇ ਦੇਣਾ ਹੈ। ਜਿੱਦਣ ਉਹਦੀ ਕਿਰਪਾ ਹੋਵੇਗੀ ਉਦਣ ਤੈਨੂੰ ਫਲ ਮਿਲੇਗਾ। ਤੇ ਅੱਜ 12 ਸਾਲ ਹੋ ਗਏ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਪਾਣੀ ਦੀ ਗਾਗਰ ਭਰ ਕੇ ਲੈ ਕੇ ਆ ਰਹੇ ਨੇ। ਉਹ ਇਤਿਹਾਸ ਨਾਲ ਆਪ ਜਾਣੂ ਹੋ ਕਿ ਖੱਡੀ ਦੇ ਵਿੱਚ ਆਪ ਦਾ ਪੈਰ ਥੜਿਆ ਤੇ ਆਪ ਡਿੱਗੇ। ਤੇ ਜਿਸ ਵਕਤ ਡਿੱਗੇ ਤੇ ਉਸ ਵਕਤ ਜੁਲਾਹੇ ਨੇ ਆਪਣੀ ਜੁਲਾਈ ਨੂੰ ਪੁੱਛਿਆ, ਕਹਿੰਦੇ ਇਹ ਰਾਤ ਨੂੰ ਆਵਾਜ਼ ਕਾਹਦੀ ਹੈ? ਖੜਾਕ ਦੀ ਆਵਾਜ਼ ਆਈ ਹੈ, ਸ਼ੋਰ ਆਇਆ ਹੈ। ਤੇ ਜੁਲਾਹੀ ਨੇ ਇੱਕੋ ਦਮ ਕਿਹਾ, ਹੋਏਗਾ ਅਮਰੂ ਨਿਥਾਵਾਂ, ਜਿਹਨੂੰ ਨਾ ਦਿਨੇ ਚੈਨ ਹੈ ਨਾ ਰਾਤੀ ਚੈਨ ਹੈ, ਬਣੀ ਫਿਰਦਾ ਗੁਰੂ ਵਾਲਾ। ਜਦੋਂ ਇਹ ਬਚਨ ਬਾਬਾ ਅਮਰਦਾਸ ਨੇ ਸੁਣੇ ਤੇ ਬਾਬਾ ਅਮਰਦਾਸ ਤੋਂ ਰਿਹਾ ਨਾ ਗਿਆ। ਅੱਗੋਂ ਬਾਬਾ ਅਮਰਦਾਸ ਦੇ ਮੁਖੋਂ ਬਚਨ ਨਿਕਲ ਗਏ, ਕਮਲੀਏ ਪਹਿਲਾਂ ਜ਼ਰੂਰ ਮੈਂ ਨਿਥਾਵਾਂ ਸੀ ਪਰ ਮੇਰੇ ਸਿਰ ਦੇ ਸਾਈਂ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਬਸ ਇੰਨੇ ਬਚਨ ਕਹਿਣ ਦੀ ਦੇਰ ਸੀ, ਉਹ ਜੁਲਾਹੇ ਦੀ ਘਰਵਾਲੀ ਜਿਹੜੀ ਸੀ ਉਹ ਕਮਲੀ ਹੋ ਗਈ, ਓਛੀਆਂ ਹਰਕਤਾਂ ਕਰਨ ਲੱਗੀ। ਅੱਜ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਪਿਆ ਹੈ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਨੇ ਤੇ ਜੁਲਾਹਾ ਜਿਹੜਾ ਹੈ ਆਪਣੀ ਜੁਲਾਹੀ ਪਤਨੀ ਨੂੰ ਲੈ ਕੇ ਨਾਲ ਆ ਗਿਆ। ਤੇ ਜਿਹੜੀ ਉਹਦੀ ਪਤਨੀ ਹੈ ਉਹ ਕਮਲਿਆਂ ਵਾਲੀ ਹਰਕਤ ਕਰਦੀ ਪਈ ਹੈ। ਤੇ ਜਿਸ ਵਕਤ ਉਹਨੇ ਪੂਰੀ ਵਾਰਦਾਤ ਮਹਾਰਾਜ ਦੇ ਅੱਗੇ ਰੱਖੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਸਿੱਖ ਬਾਬਾ ਅਮਰਦਾਸ ਨੂੰ ਬੁਲਾਇਆ। ਬਾਬਾ ਅਮਰਦਾਸ ਨੂੰ ਪੁੱਛ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਇਹ ਸ਼ਬਦ ਕਹੇ ਨੇ? ਕਹਿੰਦੇ ਹਾਂ, ਜਦੋਂ ਤੁਹਾਡੇ ਬਾਰੇ ਕਿਹਾ ਗਿਆ ਮੇਰੇ ਤੋਂ ਰਿਹਾ ਨਾ ਗਿਆ। ਤੇ ਸੱਚ ਜਾਣਿਓ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਮਹਾਰਾਜ ਦੇ ਸਿਰ ਤੇ ਹੱਥ ਰੱਖਿਆ। ਕਹਿੰਦੇ ਸੱਚ ਜਾਣਿਓ ਗਾਗਰ ਨੇ ਤੁਹਾਨੂੰ ਉਜਾਗਰ ਕਰ ਦਿੱਤਾ ਤੇ ਖੱਡੀ ਨੇ ਤੁਹਾਨੂੰ ਗੱਦੀ ਦੇ ਦਿੱਤੀ। ਕਹਿੰਦੇ ਇਸ ਗਾਗਰ ਨੇ ਤੁਹਾਨੂੰ ਉਜਾਗਰ ਕੀਤਾ ਹੈ ਤੇ ਖੱਡੀ ਨੇ ਤੁਹਾਨੂੰ ਗੱਦੀ ਦੇ ਦਿੱਤੀ, ਤੁਹਾਨੂੰ ਚਵਰ ਛਤਰ ਤਖਤ ਦੇ ਮਾਲਕ ਬਣਾ ਦਿੱਤਾ। ਤੇ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੇ 1 ਵਾਰ ਨਹੀਂ 2 ਵਾਰ ਨਹੀਂ ਪਤਾ नहीं कई वर दे के निमाजिया। ते महाराज ने क्या, निमाणियों के मान निताणियों के ताण, नी ओटियों की ओट, नी गतियां की गत, नी पतियां की पत, नी थावियां की था, नी आसरियां के आसरे। पता नहीं किन्ने वर दे के गुरु अंगद देव महाराज जी ने बाबा अमरदास महाराज नूं निवाजिया। कहण तो पाओ एक मूल लगे उन्नी सुख पाया, डाली लागे तिनी जन्म गवाया। कि जदों बंदिया तू मूल सोमे नाल तुरिया रहेगा, एक परमात्मा नाल जुड़िया रहेगा ते जीवन तेरा सुखी रहेगा। पर जेकर एक परमात्मा नूं छड्ड के, एक परमात्मा दी बाणी नूं छड्ड के, एक गुरु दी विचार नूं छड्ड के आपां
ਵੱਖ-ਵੱਖ ਸ਼ਾਖਾਵਾਂ ਦੇ ਵਿੱਚ, ਵੱਖ-ਵੱਖ ਡਾਲੀਆਂ ਦੇ ਵਿੱਚ ਵੰਡੇ ਜਾਵਾਂਗੇ, ਸੱਚ ਜਾਣਿਓ ਸਾਡਾ ਜੀਵਨ ਤਬਾਹ ਹੋ ਜਾਵੇਗਾ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਬਚਨ ਹੈ ਮਾਰੂ ਰਾਗ ਦੇ ਵਿੱਚ ਕਿ ਭਾਈ ਇੱਕ ਮੂਲ ਤੁਰੇ ਨਾਲ ਜੁੜੋ। ਭਾਵੇਂ ਬਾਬਾ ਅਮਰਦਾਸ ਮਹਾਰਾਜ ਜੀ ਪਹਿਲਾਂ 20 ਵਾਰ ਗੰਗਾ ਦੀ ਯਾਤਰਾ ਕਰਦੇ ਰਹੇ, ਪਰ ਉਹ ਇੱਕ ਮੂਲ ਨਾਲ ਨਹੀਂ ਜੁੜ ਪਾਏ। ਤੇ ਜਿੱਦਣ ਮੂਲ ਨਾਲ ਜੁੜੇ ਉਦਣ ਕਹਿਣਾ ਪੈ ਗਿਆ, ਰੁਦਰ ਗਿਆਨ ਧਿਆਨ ਸਤਿਗੁਰ ਕੈ, ਕਬ ਜਨ ਭਲੇ ਉਨੈ ਜੋ ਗਾਵੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਕਿ ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਕਿੰਨੀ ਕਿਰਪਾ ਕੀਤੀ ਕਿ ਤੁਹਾਡੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਅੱਜ ਮਹਾਰਾਜ ਜੀ ਦੀ ਉਮਰ ਇੰਨੀ ਵਡੇਰੀ ਹੋ ਗਈ ਹੈ, ਪਰ ਗੁਰਿਆਈ ਤੇ ਬਿਰਾਜਮਾਨ ਹੋਏ ਨੇ। ਸੱਚ ਜਾਣਿਓ ਜਦੋਂ ਬੰਦਿਆ ਤੂੰ ਮੂਲ ਧੁਰੇ ਨਾਲ, ਮੂਲ ਪਰਮਾਤਮਾ ਨਾਲ ਜੁੜਿਆ ਰਹੇਗਾ, ਇੱਕ ਗੁਰੂ ਦੀ ਵਿਚਾਰ ਨਾਲ ਜੁੜਿਆ ਰਹੇਗਾ, ਤੇਰਾ ਜੀਵਨ ਜਿਹੜਾ ਹੈ ਉਹ ਗੁਰੂ ਵਾਲਾ ਹੋ ਜਾਵੇਗਾ। ਜਿਹੜਾ ਅੱਜ ਆਪਾਂ ਵਿਸ਼ਾ ਵਿਚਾਰਿਆ, ਇੱਕ ਮੂਲ ਲੱਗੇ 19 ਸੁਖ ਪਾਇਆ, ਕਿ ਭਾਈ ਮੂਲ ਸੋਮੇ ਨਾਲ, ਮੂਲ ਤੁਰੇ ਨਾਲ ਜੁੜੇ ਰਹਿ ਕੇ ਹੀ ਬੰਦਾ ਸੁਖ ਲੈ ਸਕਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੀ ਪਿਆਰੀ ਕਵਿਤਾ ਇੱਥੇ ਅਰਜ ਕਰਦੇ ਨੇ। ਭਾਈ ਵੀਰ ਸਿੰਘ ਕਹਿੰਦੇ ਨੇ, ਆਪ ਸਾਰਿਆਂ ਨੇ ਗੁਲਾਬ ਦੇ ਫੁੱਲ ਨੂੰ ਵੇਖਿਆ ਹੋਵੇਗਾ। ਕਹਿੰਦੇ ਗੁਲਾਬ ਦੇ ਫੁੱਲ ਦਾ ਬੂਟਾ ਜਿੱਥੇ ਵੀ ਉਗਦਾ ਹੈ, ਆਂਦਾ ਜਾਂਦਾ ਰਾਹਗੀਰ ਜਿਹੜਾ ਹੈ ਉਹਦੀ ਸੁਗੰਧੀ ਲੈਂਦਾ ਹੈ। ਪਰ ਕਹਿੰਦੇ ਜਿਸ ਵਕਤ ਉਸ ਗੁਲਾਬ ਨੂੰ ਖਿੜਿਆ ਕੋਈ ਵੇਖਦਾ ਹੈ, ਉਹਦੀ ਖੁਸ਼ਬੂ ਲੈ ਕੇ ਆਪਣੇ ਜੀਵਨ ਵਿੱਚ ਖੁਸ਼ੀ ਲੈਂਦਾ ਹੈ। ਪਰ ਕਹਿੰਦੇ ਹੋਇਆ ਕਿ ਇੱਕ ਆਂਦਾ ਜਾਂਦਾ ਮੁਸਾਫਿਰ ਜਿਹੜਾ ਹੈ, ਉਸ ਗੁਲਾਬ ਨੂੰ ਟਹਿਣੀ ਨਾਲੋਂ ਤੋੜ ਕੇ ਆਪਣੇ ਘਰ ਲੈ ਗਿਆ। ਕਹਿੰਦੇ ਆਪਣੇ ਘਰ ਉਹਨੇ 2-4 ਮਿੰਟ ਲਈ ਰੱਖਿਆ, ਪਰ 2-4 ਮਿੰਟਾਂ ਤੋਂ ਬਾਅਦ ਕਹਿੰਦੇ ਉਸ ਫੁੱਲ ਨੂੰ ਡਸਟਬਿਨ ਦੇ ਵਿੱਚ ਸੁੱਟ ਦਿੱਤਾ। ਤੇ ਇੱਥੇ ਭਾਈ ਵੀਰ ਸਿੰਘ ਕਹਿੰਦੇ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਮਹਿਕ ਹਟਦੀ ਲਾਈ। ਕਹਿੰਦੇ ਸਾਨੂੰ ਡਾਲੀ ਨਾਲੋਂ ਨਾ ਤੋੜ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਮਹਿਕ ਹਟਦੀ ਲਾਈ। ਲੱਖ ਗਾਹਕ ਜੇ ਸੂੰਗੇ ਆ ਕੇ ਖਾਲੀ ਇੱਕ ਨਾ ਜਾਈ। ਕਹਿੰਦੇ ਹੇ ਮਨੁੱਖ, ਸਾਨੂੰ ਟਹਿਣੀ ਨਾਲ, ਸਾਨੂੰ ਮੂਲ ਤੁਰੇ ਨਾਲ ਨਾ ਤੋੜ। ਜਦੋਂ ਤੱਕ ਅਸੀਂ ਮੂਲ ਨਾਲ ਜੁੜੇ ਪਏ ਹਾਂ, ਉਦੋਂ ਤੱਕ ਖੁਸ਼ਬੂ ਦੇ ਰਹੇ ਹਾਂ। ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਮਹਿਕ ਹਟਦੀ ਲਾਈ। ਲੱਖ ਗਾਹਕ ਜੇ ਸੂੰਗੇ ਆ ਕੇ ਖਾਲੀ ਇੱਕ ਨਾ ਜਾਈ। ਤੂੰ ਜੇ ਤੋੜ ਕੇ ਲੈ ਗਿਆ ਇੱਕ ਜੋਗਾ ਰਹਿ ਜਾਊਂ। ਜੇਕਰ ਬੰਦਿਆ ਤੂੰ ਤੋੜ ਕੇ ਲੈ ਗਿਆ, ਤੂੰ ਜੇ ਤੋੜ ਕੇ ਲੈ ਗਿਆ ਇੱਕ ਜੋਗਾ ਰਹਿ ਜਾਊਂ। ਕਹਿੰਦੇ ਜੇਕਰ ਤੂੰ ਤੋੜ ਕੇ ਲੈ ਗਿਆ ਤੇ ਕੇਵਲ ਤੇਰੇ ਜੋਗਾ ਰਹਿ ਜਾਵਾਂਗਾ। ਕਹਿੰਦੇ ਉਹ ਵੀ ਭਲਕ ਚਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। ਕਹਿੰਦੇ ਕੁਛ ਚਿਰ ਦਾ ਮੇਲਾ ਹੈ। ਕਹਿੰਦੇ ਜੇਕਰ ਬੰਦਿਆ ਤੂੰ ਉਸ ਫੁੱਲ ਨੂੰ ਟਹਿਣੀ ਨਾਲੋਂ, ਮੂਲ ਨਾਲੋਂ ਤੋੜ ਕੇ ਲੈ ਗਿਆ ਨਾ, ਤੇ ਕਹਿੰਦੇ ਉਹ ਮੂਲ ਨਾਲ ਟੁੱਟਿਆ ਹੋਇਆ ਫੁੱਲ, ਉਹ ਵੀ ਭਲਕ ਚਲਕ ਦਾ ਮੇਲਾ, ਰੂਪ ਮਹਿਕ ਨਸ ਜਾਈ। ਕਹਿੰਦੇ ਕੁਛ ਚਿਰ ਦਾ ਮੇਲਾ ਹੈ। ਕਹਿੰਦੇ ਉਹਦੇ ਵਿੱਚੋਂ ਜਿਹੜੀ ਮਹਿਕ ਹੈ, ਉਹਦੀ ਖੁਸ਼ਬੂ ਗਾਇਬ ਹੋ ਜਾਵੇਗੀ। ਜਦੋਂ ਤੱਕ ਉਹ ਟਹਿਣੀ ਨਾਲ, ਆਪਣੇ ਮੂਲ ਧੁਰੇ ਨਾਲ, ਤਨੇ ਨਾਲ, ਜੜ੍ਹਾਂ ਨਾਲ ਜੁੜੀ ਪਈ ਹੈ, ਉਦੋਂ ਤੱਕ ਕਹਿੰਦੇ ਫੁੱਲ ਸਾਨੂੰ ਸੁਗੰਧੀ ਦਿੰਦਾ ਹੈ। ਇਸ ਕਰਕੇ ਜਿਹੜਾ ਮੂਲ ਹੈ ਉਹ ਇੱਕ ਪਰਮਾਤਮਾ ਹੈ। ਇੱਕ ਪਰਮਾਤਮਾ ਦੇ ਅੰਦਰ ਜਦੋਂ ਤੱਕ ਆਪਾਂ ਜੁੜੇ ਰਵਾਂਗੇ, ਇੱਕ ਪਰਮਾਤਮਾ ਦੀ ਵਿਚਾਰ ਨਾਲ ਜੁੜੇ ਰਵਾਂਗੇ, ਤੇ ਬਾਬਾ ਅਮਰਦਾਸ ਮਹਾਰਾਜ ਕਹਿੰਦੇ ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੈ ਤਿਨੀ ਜਨਮ ਗਵਾਇਆ। ਕਹਿੰਦੇ ਬੰਦਿਆ ਤੂੰ ਆਪਣੇ ਮੂਲ ਨਾਲ ਜੁੜ ਜਾ, ਇੱਕ ਪਰਮਾਤਮਾ ਨਾਲ ਜੁੜ ਜਾ। ਜਦੋਂ ਗੁਰਬਾਣੀ ਪੜ੍ਹੋਗੇ ਨਾ, ਤੇ ਗੁਰਬਾਣੀ ਦੇ ਅੰਦਰ ਅਨੇਕਾਂ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ ਜਿਹਦੇ ਵਿੱਚ ਮਹਾਰਾਜ ਨੇ ਸਮਝਾਇਆ ਕਿ ਮੂਲ ਹੁੰਦਾ ਕੀ ਹੈ। ਆਪ ਜੀ ਨੇ ਵੇਖਿਆ ਹੋਵੇਗਾ ਕਿ ਜਿਸ ਵਕਤ ਮੂਲ ਜਿਹੜਾ ਅਸਲ ਦੇ ਵਿੱਚ ਉਹ ਹੈ ਕਿ ਇੱਕ ਪਰਮਾਤਮਾ ਨਾਲ ਜੁੜਿਆ ਸਾਨੂੰ ਸੁਖ ਮਿਲੇਗਾ, ਇੱਕ ਪਰਮਾਤਮਾ ਦੀ ਵਿਚਾਰ ਨਾਲ ਜੁੜਿਆ ਸੁਖ ਮਿਲੇਗਾ। ਇੱਥੇ ਮਹਾਰਾਜ ਇੱਕ ਬਹੁਤ ਪਿਆਰੀ ਉਦਾਹਰਨ ਦੇ ਰਹੇ ਨੇ। ਗੁਰੂ ਸਾਹਿਬ ਕਹਿੰਦੇ ਆਮ ਕਰਕੇ ਆਪ ਨੇ ਵੇਖਿਆ ਹੋਵੇਗਾ ਕਿ ਜਿਸ ਵਕਤ ਚੱਕੀ ਦੇ ਪੁੜਾਂ ਦੇ ਹੇਠ ਕਣਕ ਨੂੰ ਪੀਆ ਜਾਂਦਾ ਹੈ, ਤੇ ਕਹਿੰਦੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਚੱਕੀ ਦੇ ਪੁੜਾਂ ਦੇ ਹੇਠ ਕਣਕ ਦੇ ਦਾਣੇ ਆਉਂਦੇ ਨੇ, ਉਹ ਤੇ ਪਿਸ ਜਾਂਦੇ ਨੇ, ਆਟਾ ਬਣ ਜਾਂਦਾ ਹੈ। ਪਰ ਕਹਿੰਦੇ ਜਿਹੜੇ ਦਾਣੇ ਉਸ ਚੱਕੀ ਦੇ ਪੁੜ ਦੀ ਕਿੱਲੀ ਨਾਲ ਲੱਗੇ ਰਹਿ ਜਾਂਦੇ ਨੇ,
ਕਹਿੰਦੇ ਉਹ ਬਚ ਜਾਂਦੇ ਨੇ। ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਦੋਏ ਪੁਰ ਚੱਕੀ ਜੋੜ ਕੇ ਪੀਸਣ ਆਏ ਬਹਿਟ, ਜੋ ਦਰ ਰਹੇ ਸੁਬਰੇ ਨਾਨਕ ਅਜਬ ਡਿਠ। ਕਹਿੰਦੇ ਦੋਏ ਪੁਰ ਚੱਕੀ ਜੋੜ ਕੇ ਪੀਸਣ ਆਏ ਬਹਿਟ, ਜੋ ਦਰ ਰਹੇ ਸੁਬਰੇ ਨਾਨਕ ਅਜਬ ਡਿਠ। ਕਹਿੰਦੇ ਜੋ ਦਰ ਨਾਲ ਜੁੜੇ ਰਹਿ ਗਏ, ਆਪਣੇ ਮੂਲ ਕਿੱਲੀ ਨਾਲ ਜੁੜੇ ਰਹਿ ਗਏ, ਲੱਗੇ ਰਹਿ ਗਏ, ਉਹ ਦਾਣੇ ਤੇ ਬਚ ਗਏ। ਪਰ ਜਿਹੜੇ ਉੱਤੋਂ ਖਿਲਰ ਗਏ, ਵੱਖ-ਵੱਖ ਹੋ ਗਏ, ਮਹਾਰਾਜ ਕਹਿੰਦੇ ਉਹ ਪੀ ਕੇ ਤਬਾਹ ਹੋ ਗਏ। ਕਹਿਣ ਤੋਂ ਭਾਵ ਜਦੋਂ ਤੱਕ ਇੱਕ ਨਾਲ ਬੰਦਿਆ ਤੂੰ ਜੁੜਿਆ ਰਹੇਗਾ, ਇੱਕ ਗੁਰੂ ਦੀ ਵਿਚਾਰ ਜੁੜਿਆ ਰਹੇਗਾ, ਤੂੰ ਬਚਿਆ ਰਹੇਗਾ। ਪਰ ਜਿੱਦਣ ਇੱਕ ਪਰਮਾਤਮਾ ਨਾਲ ਟੁੱਟ ਜਾਵੇਗਾ, ਇੱਕ ਗੁਰੂ ਦੀ ਬਾਣੀ ਨਾਲ ਟੁੱਟ ਜਾਵੇਗਾ, ਸੱਚ ਜਾਣਿਓ ਤੇਰਾ ਜੀਵਨ ਜਿਹੜਾ ਹੈ ਉਹ ਤਬਾਹ ਹੋ ਜਾਵੇਗਾ। ਅੱਜ ਭਾਵੇਂ ਮਨੁੱਖ ਇਸ ਗੱਲ ਨੂੰ ਸਮਝ ਕੇ ਰਾਜੀ ਨਹੀਂ, ਅੱਜ ਆਪਾਂ ਇਸ ਗੱਲ ਨੂੰ ਸਮਝਦੇ ਨਹੀਂ ਪਏ ਕਿ ਸਾਡਾ ਜੀਵਨ ਹੈ ਕੀ, ਸਾਡੇ ਜੀਵਨ ਦਾ ਇਸ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਹੈ, ਕਿ ਅਸੀਂ ਜੀਵਨ ਦੇ ਅੰਦਰ ਕਰਨਾ ਕੀ ਹੈ। ਇਸ ਗੱਲ ਨੂੰ ਆਪਾਂ ਬਿਲਕੁਲ ਨਹੀਂ ਸਮਝ ਪਾ ਰਹੇ। ਆਪਾਂ ਭਾਵੇਂ ਆਪਣਾ ਜੀਵਨ ਬਤੀਤ ਕਰੀ ਜਾ ਰਹੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਬੰਦਿਆ ਤੇਰਾ ਜਨਮ ਬੜਾ ਪਿਆਰਾ ਸੀ, ਹੀਰੇ ਵਰਗਾ ਇਹ ਜਨਮ ਸੀ, ਪਰ ਅੱਜ ਇਸ ਜਨਮ ਨੂੰ ਆਪਾਂ ਕੌਡੀਆਂ ਦੇ ਭਾਅ ਵੇਚਦੇ ਜਾ ਰਹੇ ਹਾਂ, ਭਾਵ ਕੌਡੀਆਂ ਦੇ ਭਾਅ ਗਵਾ ਰਹੇ ਹਾਂ। ਅੱਜ ਭਾਵੇਂ ਸਾਡੇ ਕੋਲ ਸਾਰਾ ਕੁਝ ਹੈਗਾ, ਪਰ ਸੱਚ ਜਾਣੋ ਸਾਡੇ ਕੋਲ ਗੁਰੂ ਦੀ ਵਿਚਾਰ ਨਹੀਂ ਹੈਗੀ। ਅੱਜ ਸਾਡੇ ਘਰਾਂ ਵਿੱਚ ਗੁਰੂ ਦੀ ਬਾਣੀ ਨਹੀਂ ਹੈਗੀ, ਅੱਜ ਸਾਡੇ ਘਰਾਂ ਵਿੱਚ ਗੁਰੂ ਦੀ ਸਿੱਖੀ ਨਹੀਂ ਹੈਗੀ। ਜਿਸ ਸਿੱਖੀ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੰਨਾ ਯਤਨ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੰਨਾ ਲੰਮੇਰਾ ਸਮਾਂ ਲਾ ਕੇ ਗੁਰੂ ਕਾ ਸਿੱਖ ਤਿਆਰ, ਗੁਰੂ ਕਾ ਖਾਲਸਾ ਤਿਆਰ ਕੀਤਾ ਗਿਆ। ਅੱਜ ਸਾਡੇ ਮਨਾਂ ਦੇ ਵਿੱਚੋਂ, ਸਾਡੇ ਪਰਿਵਾਰਾਂ ਵਿੱਚੋਂ ਉਹ ਸਿੱਖੀ ਜਿਹੜੀ ਹੈ ਗਾਇਬ ਹੋਈ ਜਾ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਸਾਡੇ ਘਰਾਂ ਵਿੱਚ ਬਾਣੀ ਨਹੀਂ, ਅੱਜ ਸਾਡੇ ਘਰਾਂ ਵਿੱਚ ਗੁਰੂ ਦੀ ਵਿਚਾਰ ਨਹੀਂ, ਅੱਜ ਸਾਡੇ ਘਰਾਂ ਵਿੱਚ ਗੁਰੂ ਦੀ ਕੋਈ ਗੱਲ ਨਹੀਂ ਹੁੰਦੀ, ਗੁਰੂ ਕੇ ਸਿੱਖਾਂ ਦੀਆਂ ਸਾਖੀਆਂ ਨਹੀਂ ਸੁਣਾਈਆਂ ਜਾਂਦੀਆਂ। ਇਹਦਾ ਮੇਨ ਮਕਸਦ ਇਹ ਨਿਕਲਿਆ ਕਿ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਗੁਰੂ ਦੀ ਸਿੱਖੀ ਤੋਂ ਦੂਰ ਹੋਈ ਜਾ ਰਹੇ ਨੇ। ਇਸ ਕਰਕੇ ਆਪਾਂ ਨੇ ਇਹ ਯਤਨ ਕਰਨਾ ਹੈ ਕਿ ਆਪਾਂ ਸਾਰੇ ਮਿਲ ਕੇ ਗੁਰੂ ਦੀ ਸੰਗਤ ਵਿੱਚ ਆ ਕੇ, ਵੇਖੋ ਜਦੋਂ ਤੱਕ ਸੰਗਤ ਨਹੀਂ ਕਰਾਂਗੇ ਨਾ, ਉਦੋਂ ਤੱਕ ਸਾਡੇ ਵਿੱਚ ਪਰਮਾਤਮਾ ਦੀ ਬਾਤ ਨਹੀਂ ਆਵੇਗੀ। ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਜਿਹਨੂੰ ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਿ ਜਦੋਂ ਤੱਕ ਆਪਾਂ ਗੁਰੂ ਦੇ ਦੁਆਰ ਤੇ ਨਹੀਂ ਆਏ, ਗੁਰਦੁਆਰਾ ਸਾਹਿਬ ਵੇਖੇ ਹੀ ਨਹੀਂ ਆਏ, ਅੱਜ ਸਾਡੇ ਕੋਲ ਆਪਾਂ ਕਹਿੰਦੇ ਟਾਈਮ ਨਹੀਂ ਹੈਗਾ, ਦੂਜੇ ਕੰਮਾਂ ਲਈ ਆਪਾਂ ਟਾਈਮ ਕੱਢੀ ਜਾ ਰਹੇ ਹਾਂ, ਦੂਜੇ ਕੰਮ ਕਰਨ ਲਈ ਆਪਾਂ ਹਰ ਥਾਂ ਤੇ ਪਹੁੰਚ ਜਾਂਦੇ, ਐਡਵਾਂਸ ਵਿੱਚ ਪਹੁੰਚ ਜਾਂਦੇ ਹਾਂ। ਪਰ ਜਿੱਦਣ ਗੁਰੂ ਦੀ ਵਿਚਾਰ ਸੁਣਨੀ ਹੋਵੇ, ਜਿੱਦਣ ਗੁਰੂ ਦਾ ਕੀਰਤਨ ਸੁਣਨਾ ਹੋਵੇ, ਜਿੱਦਣ ਗੁਰੂ ਦੀ ਬਾਣੀ ਨਾਲ ਜੁੜਨਾ ਹੋਵੇ, ਉਦਣ ਆਪਾਂ ਬਹਾਨਾ ਮਾਰ ਦਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ। ਤੇ ਗੁਰੂ ਸਾਹਿਬ ਕਹਿੰਦੇ ਉਦੋਂ ਤੱਕ ਤੇਰਾ ਜੀਵਨ ਗੁਰੂ ਵਾਲਾ ਨਹੀਂ ਬਣ ਸਕਦਾ ਜਦੋਂ ਤੱਕ ਤੂੰ ਗੁਰੂ ਦੇ ਚਰਨਾਂ ਵਿੱਚ ਆ ਕੇ ਨਹੀਂ ਬੈਠੇਗਾ, ਜਦੋਂ ਤੱਕ ਤੂੰ ਗੁਰੂ ਦੀ ਵਿਚਾਰ ਨਹੀਂ ਸੁਣੇਗਾ। ਜਿਹਨੂੰ ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਕਿ ਐਤ ਦੁਆਰੇ ਤੋਏ, ਕਿ ਜਦੋਂ ਤੁਸੀਂ ਇਸ ਦੁਆਰ ਤੇ ਬੈਠ ਕੇ ਗੁਰੂ ਦੀ ਵਿਚਾਰ ਨੂੰ ਸੁਣੋਗੇ, ਗੁਰੂ ਦੀ ਬਾਣੀ ਨੂੰ ਸੁਣੋਗੇ, ਕਿਉਂਕਿ ਸਿੱਖ ਜਿਹੜਾ ਹੈ ਉਹ ਬਾਣੀ ਦਾ ਗਿਆਤਾ ਹੋਣਾ ਚਾਹੀਦਾ ਹੈ, ਉਹਦੇ ਜੀਵਨ ਦੇ ਅੰਦਰ ਬਾਣੀ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਜਦੋਂ ਤੱਕ ਮੇਰੇ ਜੀਵਨ ਵਿੱਚ ਗੁਰੂ ਦੀ ਬਾਣੀ ਨਹੀਂ, ਗੁਰੂ ਦੀ ਵਿਚਾਰ ਨਹੀਂ, ਮੈਂ ਇੱਕ ਦੀ ਗੱਲ ਕਰ ਹੀ ਨਹੀਂ ਸਕਦਾ। ਕਿਉਂਕਿ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਹੈ ਨਾ, ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੈ ਤਿਨੀ ਜਨਮ ਗਵਾਇਆ, ਕਿ ਅੱਜ ਦੀ ਇਸ ਵਿਚਾਰ ਵਿੱਚ ਮਹਾਰਾਜ ਇਹ ਬੇਨਤੀ, ਇਹੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਤੱਕ ਬੰਦਿਆ ਤੂੰ ਇੱਕ ਨਾਲ ਜੁੜਿਆ ਰਹੇਗਾ, ਤੈਨੂੰ ਹਰ ਇੱਕ ਨੇ ਸਨਮਾਨ ਦੇਣਾ ਹੈ। ਕਿਉਂਕਿ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤੇ ਮਹਾਰਾਜ ਨੇ ਸ਼ੁਰੂਆਤ ਇੱਕ ਤੋਂ ਕੀਤੀ ਹੈ, ਭਾਵੇਂ ਇੱਕ ਓੰਕਾਰ ਸਭ ਤੋਂ ਪਹਿਲਾ ਗਿਣਤੀ ਵਾਲਾ ਏਕਾ ਪਾਇਆ, ਜਿਹਦਾ ਮਤਲਬ ਇਹ ਸੀ ਕਿ ਪਰਮਾਤਮਾ ਇੱਕ ਹੈ ਤੇ ਉਹ ਪਰਮਾਤਮਾ ਸਾਰਿਆਂ ਵਿੱਚ ਵਿਆਪਕ ਹੈਗਾ। ਅੱਜ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਦੀ ਵਿਚਾਰ ਪੜ੍ਹਦੇ ਹਾਂ, ਕਰਦੇ ਹਾਂ, ਪਰ ਕਦੇ ਇਹ ਜਾਣਨ ਦਾ ਯਤਨ ਨਹੀਂ ਕੀਤਾ ਕਿ ਸਾਨੂੰ ਗੁਰੂ ਦੀ ਬਾਣੀ ਕਹਿ ਕੀ ਰਹੀ ਹੈ।
ਭਗਤ ਕਬੀਰ ਜੀ ਕਹਿੰਦੇ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਬੰਦਿਆ ਤੂੰ ਕੀ ਪੜਿਆ ਤੇ ਤੂੰ ਕੀ ਗੁੰਨਿਆ, ਜੇਕਰ ਇੰਨਾ ਕੁਛ ਪੜਨ ਦੇ ਬਾਵਜੂਦ ਵੀ ਤੇਰਾ ਜੀਵਨ ਗੁਰੂ ਵਾਲਾ ਨਹੀਂ ਬਣਿਆ। ਕਿਆ ਪੜੀਐ ਕਿਆ ਗੁੰਨੀਐ ਕਿਆ ਵੇਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਕਿ ਤੂੰ ਤੇਰਾ ਜੀਵਨ ਤੇ ਪਰਮਾਤਮਾ ਦੀ ਰਾਹ ਦਾ ਪਾਂਧੀ ਨਾ ਬਣਿਆ। ਤੇਰੇ ਕੋਲ ਭਾਵੇਂ ਸਾਰੇ ਕੁਝ ਐਸ਼ੋ ਆਰਾਮ ਨੇ, ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਪਰ ਭਗਵੰਤ। ਕਹਿੰਦੇ ਬੰਦਿਆ ਤੂੰ ਅਤ ਦਾ ਸੁੰਦਰ ਹੋਵੇ, ਉੱਚੀ ਕੁਲ ਵਾਲਾ ਹੋਵੇ, ਗਿਆਨੀ ਹੋਵੇ ਤੇ ਤਨਾੜ ਵੀ ਹੋਵੇ, ਪਰ ਕਹਿੰਦੇ ਜੇਕਰ ਤੇਰੀ ਪ੍ਰੀਤ ਪਰਮਾਤਮਾ ਨਾਲ ਨਹੀਂ ਹੈਗੀ ਨਾ, ਤੇਰਾ ਪ੍ਰੇਮ ਪਰਮਾਤਮਾ ਨਾਲ ਨਹੀਂ ਹੈਗਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਕਹਿੰਦੇ ਤੇਰਾ ਜੀਵਨ ਮੋਇਆਂ ਦੇ ਸਮਾਨ ਹੈ। ਜੇਕਰ ਤੂੰ ਇਸ ਜੀਵਨ ਦੇ ਅੰਦਰ ਆਪਣੇ ਆਪ ਨੂੰ ਨਹੀਂ ਜੋੜਿਆ ਤੇ ਸੱਚ ਜਾਣੋ ਤੇਰਾ ਇਹ ਜੀਵਨ ਕਿਸੇ ਲੇਖੇ ਨਹੀਂ ਹੈਗਾ। ਕਿਉਂਕਿ ਜਦੋਂ ਤੱਕ ਮੈਂ ਇੱਕ ਪਰਮਾਤਮਾ ਨਾਲ ਨਹੀਂ ਜੁੜਦਾ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਕਿਆ ਪੜੀਐ ਕਿਆ ਗੁੰਨੀਐ ਕਿਆ ਵੇਦ ਪੁਰਾਨਾ ਸੁਨੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ। ਕਹਿੰਦੇ ਸੋਚਦਾ ਬੜਾ ਪਿਆ ਹੈ, ਤੂੰ ਉਸ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ 'ਚ ਗ੍ਰਹਿਣ ਨਹੀਂ ਕਰਨਾ ਚਾਹ ਰਿਹਾ, ਉਸ ਗੁਰੂ ਦੀ ਵਿਚਾਰ ਤੋਂ ਤੂੰ ਕੋਸਾ ਦੂਰ ਜਾ ਰਿਹਾ ਹੈ। ਤੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਨੇ, ਇੱਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੈ ਤਿਨੀ ਜਨਮ ਗਵਾਇਆ। ਕਿ ਭਾਈ ਜਦੋਂ ਤੱਕ ਤੂੰ ਇੱਕ ਮੂਲ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਤੇਰੇ ਜੀਵਨ ਦੇ ਅੰਦਰ ਸੁੱਖ ਹੀ ਸੁੱਖ ਹੈਗਾ, ਪਰ ਜਦੋਂ ਤੱਕ ਤੂੰ ਇੱਕ ਮੂਲ ਪਰਮਾਤਮਾ ਨਾਲ ਨਹੀਂ ਜੁੜਿਆ ਤੇ ਡਾਲੀਆਂ ਦੇ ਵਿੱਚ ਵੰਡਿਆ ਗਿਆ ਤੇ ਸੱਚ ਜਾਣੋ ਤੇਰਾ ਜੀਵਨ ਜਿਹੜਾ ਹੈ ਉਹ ਤਬਾਹ ਹੋ ਜਾਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਇਸ ਜੀਵਨ ਦੇ ਅੰਦਰ, ਕਿਉਂਕਿ ਇਹ ਜੀਵਨ ਸਾਡਾ ਬੜਾ ਪਿਆਰਾ ਹੈ, ਰੋਜ਼ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਿਹਦੇ ਵਿੱਚ ਮਹਾਰਾਜ ਕਹਿੰਦੇ ਪਈ ਪ੍ਰਾਪਤ ਮਾਨੁਖ ਦੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਵਰ ਕਾਤਰ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਜਦੋਂ ਤੱਕ ਤੂੰ ਇੱਕ ਪਰਮਾਤਮਾ ਨਾਲ ਨਹੀਂ ਜੁੜਿਆ ਕਿ ਤੇਰੇ ਜੀਵਨ ਦਾ ਅਸਲ ਵਿੱਚ ਮਨੋਰਥ ਕੀ ਹੈਗਾ, ਕਿਉਂਕਿ ਸਾਡੇ ਸਾਰਿਆਂ ਦਾ ਜੀਵਨ ਦਾ ਮਨੋਰਥ ਹੈ ਪਰਮਾਤਮਾ ਨਾਲ ਮਿਲਣਾ, ਪਰਮਾਤਮਾ ਦੇ ਵਿੱਚ ਇੱਕਮਿਕ ਹੋਣਾ, ਜਿਹਨੂੰ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਜਦੋਂ ਤੱਕ ਮੈਂ ਬਾਣੀ ਨਾਲ ਜੁੜਿਆ ਰਵਾਂਗਾ, ਗੁਰੂ ਦੀ ਵਿਚਾਰ ਨਾਲ ਜੁੜਿਆ ਰਵਾਂਗਾ ਤੇ ਮੇਰੇ ਜੀਵਨ ਦੇ ਅੰਦਰ ਇੱਕ ਪਰਮਾਤਮਾ ਦੀ ਬਾਤ ਰਹੇਗੀ। ਪਰ ਜਿੱਦਣ ਮੈਂ ਉਸ ਬਾਣੀ ਦੇ ਨਾਲ ਟੁੱਟ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਵੱਖ-ਵੱਖ ਭਗਤਾਂ ਦੀਆਂ ਬਾਣੀਆਂ, ਭੱਟਾਂ ਦੀਆਂ ਬਾਣੀਆਂ, ਸਿੱਖਾਂ ਦੀਆਂ ਬਾਣੀਆਂ ਤੇ ਗੁਰੂ ਸਾਹਿਬਾਂ ਦੀ ਬਾਣੀ ਹੈਗੀ। ਉਹਦੇ ਵਿੱਚ ਮਹਾਰਾਜ ਨੇ ਇੱਕੋ ਗੱਲ ਕਹੀ ਕਿ ਆਪਣੇ ਮਨ ਨੂੰ ਇਕਾਗਰ ਕਰ, ਆਪਣੇ ਮਨ ਨੂੰ ਗੁਰੂ ਕੇ ਸ਼ਬਦ ਵੱਲ ਲੈ ਕੇ ਆ। ਜਦੋਂ ਤੱਕ ਸਾਡਾ ਮਨ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ, ਮਹਾਰਾਜ ਕਹਿੰਦੇ ਉਦੋਂ ਤੱਕ ਸਰੀਰ ਤੇ ਸਾਡੇ ਸਾਰਿਆਂ ਦੇ ਆ ਰਹੇ ਨੇ। ਅੱਜ ਸਰੀਰ ਕਰਕੇ ਆਪਾਂ ਸਾਰੀ ਸੰਗਤੀ ਰੂਪ ਵਿੱਚ ਬੈਠੇ ਹਾਂ, ਪਰ ਮਨ ਕਰਕੇ ਕਦੋਂ ਬੈਠਾਂਗੇ? ਸਰੀਰ ਕਰਕੇ ਤੇ ਹਰ ਬੰਦਾ ਗੁਰੂ ਕੀ ਸੰਗਤ ਵਿੱਚ ਬੈਠ ਰਿਹਾ ਹੈ, ਪਰ ਜਿੱਦਣ ਮਨ ਕਰਕੇ ਆਪਾਂ ਗੁਰੂ ਦੀ ਸੰਗਤ ਵਿੱਚ ਬੈਠ ਗਏ, ਉਦਣ ਸੰਗਤ ਦਾ ਲਾਹਾ ਜਿਹੜਾ ਹੈ ਸਾਡੇ ਜੀਵਨ ਦੇ ਵਿੱਚ ਅਸਰ ਪਾ ਦੇਵੇਗਾ। ਅੱਜ ਆਪਾਂ ਸੰਗਤੀ ਰੂਪ ਦੇ ਵਿੱਚ ਇੱਥੇ ਜੁੜ ਬੈਠੇ ਹਾਂ ਕਿ ਸਾਡਾ ਮਕਸਦ ਇਹ ਹੈ ਕਿ ਜਿਹੜੀ ਬਾਣੀ ਦੀ ਵਿਚਾਰ ਸਾਡੇ ਜੀਵਨ ਨੂੰ ਤਬਦੀਲ ਕਰ ਸਕੇ। ਕਿ ਜਦੋਂ ਤੱਕ ਸਿੱਖ ਦੇ ਜੀਵਨ ਦੇ ਅੰਦਰ ਬਾਣੀ ਨਹੀਂ, ਮਹਾਰਾਜ ਕਹਿੰਦੇ ਇਹ ਬਾਣੀ ਤੋਂ ਬਿਨਾਂ ਮਰਦਾ ਪਿਆ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਕਿ ਜਦੋਂ ਤੱਕ ਰੱਬ ਜੀ ਤੁਹਾਨੂੰ ਆਖਦਾ ਹਾਂ ਤੇ ਮੈਂ ਜਿੰਦਾ ਪਿਆ ਹਾਂ, ਪਰ ਜਿੱਦਣ ਮੈਂ ਤੁਹਾਨੂੰ ਵਿਸਾਰ ਰਿਹਾ ਹਾਂ ਉਦਣ ਮੇਰੀ ਮੌਤ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਆਏ। ਕਿ ਜਦੋਂ ਸਾਡੇ ਤਨ ਵਿੱਚੋਂ, ਸਾਡੇ ਮਨ ਵਿੱਚੋਂ, ਸਾਡੇ ਇਸ ਦਿਮਾਗ ਵਿੱਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕੋੜ੍ਹ ਦਾ ਰੋਗੀ ਵਿਲਕਦਾ ਹੈ ਨਾ, ਕੋੜ੍ਹ ਦਾ ਰੋਗੀ ਜਿਹੜਾ ਹੈ ਉਹ ਮਲਮ ਲਾਵੇ ਤਾਂ ਵੀ ਉਹਨੂੰ ਦਰਦ ਹੁੰਦੀ ਹੈ, ਨਾ ਲਾਵੇ ਤਾਂ ਵੀ ਉਹਦਾ ਫੱਟ ਦੁਖਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਸ ਹਿਰਦੇ ਵਿੱਚੋਂ, ਜਿਸ ਮਨ ਵਿੱਚੋਂ, ਜਿਸ ਇਸ ਦਿਮਾਗ ਵਿੱਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਆਏ। ਕਹਿੰਦੇ ਜਿਸ ਤਰ੍ਹਾਂ ਇੱਕ ਕੋੜ੍ਹ ਦੇ ਰੋਗ ਨਾਲ ਪੱਕਿਆ ਹੋਇਆ ਰੋਗੀ ਵਿਲਕਦਾ ਹੈ, ਕਿਉਂਕਿ ਉਹਦੇ ਜੀਵਨ ਵਿੱਚੋਂ ਬਾਣੀ ਚਲੀ ਗਈ ਹੈ। ਅੱਜ ਯਤਨ ਕਰੀਏ ਕਿ ਸਾਡੇ ਜੀਵਨ 'ਚ ਬਾਣੀ ਆ ਸਕੇ। ਅੱਜ ਯਤਨ ਕਰੀਏ ਗੁਰੂ ਦੀ ਬਾਣੀ ਨਾਲ ਆਪਣੇ ਆਪ ਨੂੰ ਜੋੜੀਏ। ਆਪਾਂ ਸ਼ੁਰੂਆਤ ਤੇ ਕਰੀਏ, ਗੁਰੂ ਦੀ ਬਾਣੀ ਨੂੰ ਪੜ੍ਹੀਏ। ਜਿੱਦਣ ਆਪਾਂ ਗੁਰੂ ਦੀ ਬਾਣੀ ਨੂੰ ਪੜ੍ਹਾਂਗੇ ਉਦਣ ਸਾਨੂੰ ਸਮਝ ਆਏਗੀ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਕਿ ਜਿੰਨਾ ਕੁਝ ਪਸਾਰਾ ਹੈ ਇਹ ਗੁਰੂ ਦੇ ਹੁਕਮ ਵਿੱਚ ਹੈ। ਗੁਰੂ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈਗਾ, ਪਰ ਆਪਾਂ ਨੇ ਯਤਨ ਨਹੀਂ ਕੀਤਾ ਕਿਉਂਕਿ ਹਾਲੇ ਤੱਕ ਆਪਾਂ ਨੇ ਬਾਣੀ ਨਹੀਂ ਪੜ੍ਹੀ। ਜਿੱਦਣ ਮੈਂ ਬਾਣੀ ਪੜਾਂਗਾ ਉਦਣ ਮੈਨੂੰ ਸਮਝ ਆਵੇਗੀ ਗੁਰਬਾਣੀ ਕਹਿ ਕੀ ਰਹੀ ਹੈ। ਕਿਉਂਕਿ ਭਗਤ ਜੀ ਕਹਿੰਦੇ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ। ਕਿ ਜਿੱਦਣ ਮੈਂ ਬਾਣੀ ਪੜ੍ਹੀ ਉਦਣ ਪਤਾ ਲੱਗਿਆ ਬਾਣੀ ਕਹਿ ਕੀ ਰਹੀ ਹੈ। ਕਿਉਂਕਿ ਬਾਣੀ ਕਹਿੰਦੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਕਿ ਮੇਰੇ ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਰਬਾਰ ਵਿੱਚ ਆਓ ਤੇ ਗੁਰੂ ਦਰਬਾਰ ਅੰਦਰ ਜੁੜ ਬੈਠ ਕੇ ਗੁਰੂ ਦੀ ਬਾਣੀ ਨਾਲ ਜੁੜੋ। ਜਿੱਦਣ ਤੁਸੀਂ ਗੁਰੂ ਦੀ ਬਾਣੀ ਨਾਲ ਜੁੜੋਗੇ ਗੁਰੂ ਨੇ ਤੁਹਾਨੂੰ ਆਪਣਾ ਬਣਾ ਲੈਣਾ ਹੈ। ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਗੁਰ ਕਿਰਪਾ ਜੈ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਿ ਜਿੱਦਣ ਗੁਰੂ ਦੇ ਨਾਲ ਜੁੜ ਗਏ, ਗੁਰੂ ਦੀ ਵਿਚਾਰ ਨਾਲ ਜੁੜ ਗਏ ਤੇ ਸੱਚ ਜਾਣੋ, ਜਿਸ ਤਰ੍ਹਾਂ ਪਾਣੀ ਤੇ ਪਹਿਲੇ ਪਾਣੀ ਵਿੱਚ ਕੋਈ ਭੇਦ ਨਹੀਂ ਰਹਿੰਦਾ, ਇਸੇ ਤਰ੍ਹਾਂ ਗੁਰੂ ਦੇ ਵਿੱਚ ਤੇ ਗੁਰੂ ਦੇ ਸਿੱਖ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈਗਾ। ਸੋ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਰਹਿਮਤ ਕਰਨ, ਆਪਣੇ ਚਰਨਾਂ ਦਾ ਓਟ ਆਸਰਾ ਸਾਨੂੰ ਬਖਸ਼ਿਸ਼ ਕਰਨ ਕਿ ਨਿੱਤਾ ਪ੍ਰਤੀ ਆਪਾਂ ਸੰਗਤ ਕਰੀਏ, ਗੁਰੂ ਦੀ ਬਾਣੀ ਨੂੰ ਪੜ੍ਹੀਏ। ਮੈਂ ਇੱਕ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਬਾਣੀ ਪੜ੍ਹੋ। ਤੁਸੀਂ ਆਪ ਪੜ੍ਹੋ, ਆਪ ਵਿਚਾਰੋ ਤੇ ਤੁਹਾਨੂੰ ਆਪ ਸਮਝ ਆਏਗੀ ਕਿ ਗੁਰੂ ਦੀ ਬਾਣੀ ਸਾਨੂੰ ਕਹਿ ਕੀ ਰਹੀ ਹੈ। ਕਿਉਂਕਿ ਅੱਜ ਤੱਕ ਕੀ ਹੁੰਦਾ ਰਿਹਾ, ਅਸੀਂ ਬਾਣੀ ਪੜ੍ਹੀ ਨਹੀਂ, ਕੇਵਲ ਦੂਜਿਆਂ ਕੋਲੋਂ ਸੁਣਦੇ ਰਹੇ, ਦੂਜਿਆਂ ਦੀ ਵਿਚਾਰ ਲੈਂਦੇ ਰਹੇ। ਜਿੱਦਣ ਸਿੱਖ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਇਹਨਾਂ ਵਹਿਮਾਂ ਭਰਮਾਂ ਤੋਂ ਅਲੱਗ ਹਟ ਕੇ ਉਹ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਦੀ ਸੱਚੀ ਬਾਣੀ ਨਾਲ ਜੁੜ ਜਾਵੇਗਾ। ਸੋ ਗੁਰੂ ਸਾਹਿਬ ਨੇ ਅੱਜ ਬੜੀ ਬਖਸ਼ਿਸ਼ ਕੀਤੀ, ਬੜੀ ਸਾਡੇ ਤੇ ਰਹਿਮਤ ਕੀਤੀ ਕਿ ਅਸੀਂ ਇਸ ਸ਼ਬਦ ਦੀ ਵਿਚਾਰ ਨਾਲ ਸੰਗਤੀ ਰੂਪ ਅੰਦਰ ਜੁੜੇ ਹਾਂ, ਜਿਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਮਾਰੂ ਰਾਗ ਦੇ ਵਿੱਚ ਉਚਾਰਨ ਕੀਤਾ। ਇੱਕ ਮੂਲ ਲੱਗੇ 19 ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਕਿ ਬੰਦਿਆ ਜਦੋਂ ਤੱਕ ਆਪਣੇ ਮੂਲ ਨਾਲ, ਆਪਣੇ ਮੂਲ ਧੁਰੇ ਨਾਲ ਜੁੜਿਆ ਰਹੇਗਾ, ਸੱਚ ਜਾਣੋ ਤੇਰਾ ਜੀਵਨ ਸੁਖੀ ਰਹੇਗਾ। ਪਰ ਜਿੱਦਣ ਤੂੰ ਆਪਣੇ ਮੂਲ ਨਾਲੋਂ, ਗੁਰੂ ਦੇ ਸ਼ਬਦ ਨਾਲੋਂ ਟੁੱਟ ਗਿਆ, ਮਹਾਰਾਜ ਕਹਿੰਦੇ ਤੂੰ ਥਾਂ ਥਾਂ ਤੇ ਰੁਲ ਜਾਵੇਗਾ। ਜਿਹਨੂੰ ਗੁਰੂ ਸਾਹਿਬ ਕਹਿੰਦੇ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿ ਗੁਰੂ ਦੀ ਮਤ ਲੈ ਕੇ, ਗੁਰੂ ਦੀ ਵਿਚਾਰ ਲੈ ਕੇ ਆਪਣੇ ਜੀਵਨ ਨੂੰ ਗੁਰੂ ਵਾਲਾ ਬਣਾਈਏ। ਇਸ ਕਰਕੇ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ। ਜਦੋਂ ਸਾਡੇ ਕੋਲ ਸਮਾਂ ਹੁੰਦਾ ਹੈ ਗੁਰੂ ਦੀ ਬਾਣੀ ਨੂੰ ਪੜ੍ਹਨ ਦਾ ਅਭਿਆਸ ਕਰੀਏ। ਆਪ ਘਰਾਂ ਦੇ ਵਿੱਚ ਪੋਥੀਆਂ ਰੱਖੀਏ, ਆਪ ਘਰਾਂ ਵਿੱਚ ਬਾਣੀ ਵਿਚਾਰੀਏ। ਜਿੱਥੇ ਆਪ ਬਾਣੀ ਪੜ੍ਹਦੇ ਹਾਂ ਉੱਥੇ ਯਤਨ ਕਰੀਏ ਕਿ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਈਏ, ਕਿ ਉਹਨਾਂ ਦੇ ਵਿੱਚ ਵੀ ਉਹ ਖਿਆਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਲੇ ਖਿਆਲ ਪੈਦਾ ਹੋ ਸਕਣ। ਕਿਉਂਕਿ ਉਮਰਾਂ ਕੋਈ ਇੰਨੀਆਂ ਵੱਡੀਆਂ ਨਹੀਂ ਸੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ। ਕਿਉਂਕਿ ਜਿਨ੍ਹਾਂ ਦੇ ਘਰਾਂ ਵਿੱਚ ਬਾਣੀ ਦੀ ਗੁੜਤੀ ਹੈ ਉਹ ਫਿਰ ਸ਼ਹਾਦਤਾਂ ਦੇਣ ਤੋਂ ਪਿੱਛੇ ਨਹੀਂ ਹਟਦੇ। ਸੋ ਗੁਰੂ ਸਾਹਿਬ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਕਿ ਸਾਡੇ ਜੀਵਨ ਦੇ ਵਿੱਚ ਅੱਜ ਇਹ ਸਮਾਂ ਬਣਿਆ
ਕਿ ਅਸੀਂ ਇਸ ਬਾਣੀ ਦੀ ਵਿਚਾਰ ਨਾਲ ਇੱਕ ਮੂਲ ਲੱਗੇ ਉਨੀ ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ, ਇਸ ਵਿਸ਼ੇ ਨਾਲ ਜੁੜੇ ਤੇ ਆਪ ਜਿੰਨੇ ਇੱਥੇ ਜੁੜ ਬੈਠੇ ਹੋ ਸੰਗਤੀ ਰੂਪ ਦੇ ਅੰਦਰ, ਆਪ ਨੇ ਬੜੇ ਟਿਕਾਓ ਨਾਲ ਬੜੇ ਪਿਆਰ ਨਾਲ ਇਹ ਵਿਚਾਰਾਂ ਸਰਵਣ ਕੀਤੀਆਂ। ਸੋ ਦਾਸ ਪਾਸੋਂ ਬਾਣੀ ਦੀ ਵਿਚਾਰ ਕਰਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ, ਉਹ ਭੁੱਲ ਦਾਸ ਦੀ ਝੋਲੀ 'ਚ ਪਾ ਦੇਣਾ। ਗੁਰੂ ਦੀ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ ਆਪਣੇ ਹਿਰਦਿਆਂ ਵਿੱਚ, ਮਨਾਂ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਗੁਰੂ ਵਾਲਾ ਬਣਾਉਣ ਦਾ ਯਤਨ ਕਰੀਏ। ਸੋ ਦਾਸ ਵੱਲੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।